ਅਸੀਂ ਅਸੂਰੀਆਂ ਦਾ ਦੇਖਦੇ ਪਏ ਕਿ ਉਹਨਾਂ ਦਾ ਬਜ਼ੁਰਗਾ ਕੌਣ ਸੀਗਾ, ਅਸੂਰੀ ਕੌਣ ਲੋਕ ਸੀਗੇ। ਸੋ ਇਹ ਬੇਸਿਕਲੀ ਜਿਸਲੇ ਅਸੀਂ ਹਾਮ ਦੇ ਪੁੱਤਰਾਂ ਨੂੰ ਦੇਖਦੇ ਹਾਂ, ਇਹ ਉਹਨਾਂ ਦੇ ਵਿੱਚੋਂ ਸੀ, ਹਾਮ ਦੇ ਪੁੱਤਰਾਂ ਦੇ ਵਿੱਚੋਂ ਇਹ ਸੀਗੇ। ਔਰ ਫਿਰ ਅਸੀਂ ਦੇਖਦੇ ਪਏ ਹਾਂ ਕਿ ਜਿਹੜੀ ਮੇਨ ਚੀਜ਼ ਜਿਹੜੀ ਦੇਖਦੇ ਪਏ ਹਾਂ ਉਹ ਹੈ ਨਿਮਰੋਦ, ਜੋ ਕਿ ਇੱਕ ਸੂਰਮਾ ਹੈ, ਜਿਸਨੇ ਅਸੂਰ ਤੇ ਕਬਜ਼ਾ ਕਰ ਲਿਆ, ਉਹਨਾਂ ਦੀ ਧਰਤੀ ਤੇ ਕਬਜ਼ਾ ਕਰ ਲਿਆ। ਔਰ ਜਿਹੜਾ ਦੇਵਤਾ ਦਾ ਨਾਮ ਹੈਗਾ ਐਸ਼ਵਰ, ਬੇਸਿਕਲੀ ਉਹ ਆਪ ਆਪਣੇ ਆਪ ਨੂੰ ਐਸ਼ਰ ਕਹਿੰਦਾ ਪਿਆ। ਆਪ ਐਸ਼ਰ ਉਹ ਆਪਣੇ ਆਪ ਨੂੰ ਆਪ ਕਹਿੰਦਾ ਪਿਆ, ਉਹ ਆਪ ਦੇਵਤਾ ਹੈ। ਔਰ ਜਿਹੜੀ ਉਸਦੀ ਪਤਨੀ ਹੈ ਸੈਮਰਾਮਿਸ, ਉੱਥੇ ਦੀ ਦੇਵੀ। ਔਰ ਇਸੇ ਤਰ੍ਹਾਂ ਜਿਹੜੀ ਬੇਸਿਕਲੀ ਜਿਹੜੀ ਪੂਜਾ ਹੋ ਰਹੀ ਆ ਉਹ ਨਿਮਰੋਦ ਦੀ ਹੋ ਰਹੀ, ਉਹ ਉਹਨਾਂ ਦਾ ਦੇਵਤਾ ਹੈ। ਸਿਰਫ ਨਾਮ ਬਦਲਿਓ, ਕਿਉਂਕਿ ਉਹ ਆਪਣੇ ਆਪ ਨੂੰ ਸਨ ਗਾਡ ਕਹਿੰਦਾ ਪਿਆ ਤੇ ਉਹ ਆਪਣੇ ਆਪ ਨੂੰ ਚੰਦਰਮਾ ਦੀ ਦੇਵੀ ਕਹਿੰਦੀ ਪਈ। ਇਹ ਸਾਰਾ ਉੱਥੋਂ ਸ਼ੁਰੂ ਹੁੰਦਾ ਪਿਆ। ਠੀਕ, ਸੋ ਇਹ ਆਪਾਂ ਇਤਿਹਾਸ ਦੇ ਵਿੱਚੋਂ ਦੇਖਿਆ ਕਿ ਅਸੂਰੀ ਲੋਕ ਕਿੱਥੋਂ ਆਏ। ਔਰ ਹੁਣ ਜਿੱਥੇ ਤੱਕ ਅਸੀਂ ਪਹੁੰਚ ਚੁੱਕੇ ਹਾਂ, ਅਸੀਂ ਇਹ ਦੇਖਿਆ ਕਿ ਉਸਨੇ ਇਸ ਸਾਰੇ ਇਜ਼ਰਾਈਲ ਦੇ ਉੱਤੇ ਕਬਜ਼ਾ ਕਰ ਲਿਆ, ਸਿਰਫ ਯਹੂਦਾ ਬਚਿਆ। ਹੁਣ ਉਸਨੇ ਆਪਣੇ ਜਿਹੜੇ ਘੋੜੇ ਆ ਉਹ ਹੁਣ ਯਹੂਦਾ ਵੱਲ ਨੂੰ ਕਰਨੇ ਆ। ਜਿਹੜਾ ਇੱਥੇ ਦਾ ਜਿਹੜਾ ਰਾਜਾ ਸ਼ਲਮਨਸਰ, ਯਸਾਇਆ ਨਬੀ ਦੀ ਨਬੂਵਤ ਸ਼ੁਰੂ ਹੋ ਚੁੱਕੀ ਹੈ। ਯਸਾਇਆ ਨਬੀ ਦੇ ਪਹਿਲੇ 5 ਚੈਪਟਰ ਇੱਥੇ ਆਉਂਦੇ ਔਰ ਅਸੀਂ ਉਹਨਾਂ ਨੂੰ ਪੜਾਂਗੇ ਜਿਸ ਵੇਲੇ ਅਸੀਂ ਜਾਵਾਂਗੇ ਪਹਿਲਾ ਇਤਿਹਾਸ ਤੇ ਦੂਜਾ ਇਤਿਹਾਸ। ਉਸ ਦੇ ਵਿੱਚ ਆਪਾਂ ਸਾਰੇ ਨਬੀ ਪੜ੍ਹਨੇ, ਨਬੀ ਜਿੱਥੇ ਜਿੱਥੇ ਜਿਹੜਾ ਨਬੀ ਆਇਆ ਅਸੀਂ ਉੱਥੇ ਉਸ ਨੂੰ ਪੜ੍ਹਨਾ। ਔਰ ਫਿਰ ਜਿਸ ਲਈ ਅਸੀਂ ਉੱਥੇ ਉਸ ਨੂੰ ਪੜ੍ਹਨਾ ਆ ਤੇ ਫਿਰ ਸਾਨੂੰ ਪਤਾ ਲੱਗਣਾ ਉਹ ਆਹ ਗੱਲ ਸੀਗੀ, ਆਹ ਹੁੰਦਾ ਪਿਆ ਸੀ। ਜੇ ਉਦਾਂ ਅਸੀਂ ਨਬੀਆਂ ਨੂੰ ਪੜ੍ਹਦੇ ਹੋ ਸਮਝ ਨਹੀਂ ਆਉਂਦੀ, ਪਰ ਜਿਸ ਲਈ ਅਸੀਂ ਇਤਿਹਾਸ ਦੇ ਵਿੱਚ ਰਹਿ ਕੇ ਜਿਸ ਰਾਜੇ ਦੇ ਸਮੇਂ ਤੇ ਉਹ ਨਬੀ ਆਇਆ ਔਰ ਜਿਹੜੇ ਚੈਪਟਰ ਉਸ ਨਬੀ ਦੇ ਉਸ ਏਰੀਆ ਦੇ ਵਿੱਚ ਆਉਂਦੇ ਆ, ਜਿਸ ਲਈ ਅਸੀਂ ਉਹਨਾਂ ਨੂੰ ਉੱਥੇ ਰੱਖ ਕੇ ਪੜਾਂਗੇ ਤਾਂ ਫਿਰ ਸਾਨੂੰ ਸਮਝ ਆਏਗੀ। ਜਿੱਦਾਂ ਸਾਨੂੰ ਜ਼ਬੂਰਾਂ ਦੀ ਸਮਝ ਆਈ। ਜ਼ਬੂਰ ਅਸੀਂ ਜਿਸ ਲਈ ਦਾਊਦ ਦੀ ਜ਼ਿੰਦਗੀ ਦੇ ਵਿੱਚ ਜ਼ਬੂਰ ਸੀਗੇ ਅਸੀਂ ਉਹਦੇ ਨਾਲ ਪੜ੍ਹੇ, ਮੂਸਾ ਦੇ ਜਿਹੜੇ ਜ਼ਬੂਰ ਸੀਗੇ ਅਸੀਂ ਉਹਦੇ ਨਾਲ ਪੜ੍ਹੇ। ਠੀਕ, ਇਸੇ ਤਰ੍ਹਾਂ ਜਿਹੜੇ ਜ਼ਬੂਰ ਸੀਗੇ ਕਹਾਵਤਾਂ ਦੀ ਪੋਥੀ ਅਸੀਂ ਏਦਾਂ ਹੀ ਪੜ੍ਹੀ, ਸੌਂਗ ਆਫ ਸੌਂਗਸ ਅਸੀਂ ਏਦਾਂ ਹੀ ਪੜ੍ਹਿਆ, ਸ਼੍ਰੇਸ਼ਟ ਗੀਤ ਅਸੀਂ ਏਦਾਂ ਹੀ ਪੜ੍ਹਿਆ। ਔਰ ਫਿਰ ਇਸੇ ਤਰ੍ਹਾਂ ਹੁਣ ਜਿਹੜੇ ਬਾਕੀ ਨਬੀਆਂ ਦੀਆਂ ਪੋਥੀਆਂ ਆਉਣੀਆਂ ਉਹਨਾਂ ਨੂੰ ਵੀ ਆਪਾਂ ਪਹਿਲੇ ਇਤਿਹਾਸ ਤੇ ਦੂਜੇ ਇਤਿਹਾਸ ਦੇ ਵਿੱਚ ਜਾ ਕੇ ਉਸ ਦੇ ਵਿੱਚ ਪੜਾਂਗੇ, ਕਿਉਂਕਿ ਫਿਰ ਸਾਨੂੰ ਸਮਝ ਆਈ। ਸੋ ਆਓ ਆਪਾਂ ਅਸੀਂ ਦੇਖਿਆ ਕਿ ਅਸੂਰ ਦੇ ਉੱਤੇ ਅਸੂਰ ਨੇ ਇਜ਼ਰਾਈਲ ਤੇ ਆਪਣਾ ਪੂਰਾ ਕਬਜ਼ਾ ਕਰ ਲਿਆ ਔਰ ਇਜ਼ਰਾਈਲੀ ਨਿਵਾਸੀ ਜਿਹੜੇ ਸੀਗੇ ਉਹਨਾਂ ਨੂੰ ਉੱਥੋਂ ਪੁੱਟ ਕੇ ਉਸਨੇ ਜਗ੍ਹਾ ਜਗ੍ਹਾ ਦੇ ਨਗਰਾਂ ਦੇ ਵਿੱਚ ਜਾ ਕੇ ਬਸਾ ਦਿੱਤਾ। ਔਰ ਇੱਕੋ ਹੀ ਸ਼ਰਤ ਹੁੰਦੀ ਸੀਗੀ, ਅਸੂਰ ਦੀ ਪੂਜਾ ਕਰਨੀ, ਜਿਹੜਾ ਐਸ਼ਰਾ ਦੇਵਤਾ ਉਹਦੀ ਪੂਜਾ ਕਰਨੀ ਪੈਣੀ। ਨਿਮਰੋਦ, ਬੇਸਿਕਲੀ ਨਿਮਰੋਦ, ਤੁਹਾਨੂੰ ਆਪਣੇ ਦੇਵਤੇ ਛੱਡਣੇ ਪੈਣੇ ਔਰ ਤੁਹਾਡੇ ਜਿਹੜੇ ਧੀਆਂ, ਤੁਹਾਡੇ ਜਿਹੜੇ ਖਾਸ ਕਰਕੇ ਪੁੱਤਰ ਲੜਨ ਦੀ ਉਮਰ ਦੇ ਵਿੱਚ ਆ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਹੋਣਾ ਪੈਣਾ। ਇਹ ਬੇਸਿਕਲੀ ਉਹਨਾਂ ਦੀ ਜਿਹੜੀ ਮੇਨ ਚੀਜ਼ ਹੁੰਦੀ ਸੀ। ਸੋ ਇਹ ਗੁਲਾਮ ਸੀਗੇ, ਨਾ ਨਹੀਂ ਕਰ ਸਕਦੇ ਸੀ। ਔਰ ਉਹਨੇ ਉੱਥੋਂ ਅਸੂਰ ਤੋਂ ਲੋਕਾਂ ਨੂੰ ਲਿਆ ਕੇ ਉਸਨੇ ਜਰੂਸਲਮ ਨੇ ਉਸਨੇ ਇਸਰਾਇਲ ਦੇ ਵਿੱਚ ਸਮਾਰੀਆ, ਬੇਸਿਕਲੀ ਉਸਨੂੰ ਕਹਿੰਦੇ ਆ ਸਮਾਰੀਆ ਦੇ ਵਿੱਚ ਬਸਾ ਦਿੱਤਾ। ਔਰ ਕੱਲ ਅਸੀਂ ਪੜ੍ਹਿਆ ਸੀ ਕਿ ਜਿਸਲੇ ਸਮਾਰੀਆ ਦੇ ਵਿੱਚ ਉਹ ਆ ਕੇ ਸਮਾਰੀਆ ਦੇ ਇਲਾਕਿਆਂ ਦੇ ਵਿੱਚ ਇਜ਼ਰਾਈਲ ਦੇ ਇਲਾਕਿਆਂ ਦੇ ਵਿੱਚ ਆ ਕੇ ਬਸ ਗਏ ਤਾਂ ਉਹ ਉੱਥੇ ਆਪਣੇ ਦੇਵਤੇ ਦੀ ਪੂਜਾ ਕਰਦੇ ਸੀਗੇ।
ਹੁਣ ਦੇਖੋ ਬੁੱਤ ਪ੍ਰਸਤੀ ਇਜ਼ਰਾਈਲੀ ਵੀ ਕਰਦੇ ਸੀ। ਇਜ਼ਰਾਈਲੀਆਂ ਨੇ ਬੱਚੇ ਦੀ ਪੂਜਾ ਕੀਤੀ ਹੈ, 2 ਬੱਚੇ ਬਣਾ ਕੇ ਉਹਨਾਂ ਦੀ ਪੂਜਾ ਕੀਤੀ। ਲੇਕਿਨ ਜਿਸਲੇ ਉਹ ਆਏ ਆ ਤੇ ਅਸੀਂ ਉਹ, ਕਿਉਂਕਿ ਜਿਹੜਾ ਜੋਨਾ ਨਬੀ ਸੀਗਾ, ਅਸੀਂ ਕੱਲ ਦੇਖਿਆ ਸੀਗਾ, ਜੋਨਾ ਨਬੀ ਜਿਹੜਾ ਸੀਗਾ ਉਹ ਪ੍ਰਭੂ ਨੇ ਅਸੂਰ ਦੇ ਵਿੱਚ ਘੱਲਿਆ ਸੀ। ਅਸੂਰ ਦੇ ਨਿਨਵਾ ਨਗਰ ਦੇ ਵਿੱਚ ਜਾ ਕੇ ਜੋਨਾ ਨਬੀ ਨੇ ਉਹਨਾਂ ਨੂੰ ਪ੍ਰਭੂ ਦੇ ਬਾਰੇ ਦੱਸਿਆ ਸੀ, ਔਰ ਉਹਨਾਂ ਨੇ ਤੱਪੜ ਪਾ ਲਏ। ਰਾਜੇ ਨੇ ਵੀ ਤੱਪੜ ਪਾ ਲਏ, ਉਹਨਾਂ ਨੇ ਜਾਨਵਰਾਂ ਦੇ ਵੀ ਤੱਪੜ ਪਾ ਲਏ। ਉਹਨਾਂ ਨੇ ਆਪ ਵੀ ਵਰਤ ਰੱਖਿਆ, ਉਹਨਾਂ ਨੇ ਜਾਨਵਰਾਂ ਨੂੰ ਵੀ ਵਰਤ ਰਖਾਇਆ ਤੇ ਪ੍ਰਭੂ ਦੇ ਅੱਗੇ ਉਹ ਲੇਟ ਗਏ। ਪ੍ਰਭੂ ਨੇ ਉਹਨਾਂ ਨੂੰ ਮਾਫ ਕਰ ਦਿੱਤਾ, ਪਰ ਪ੍ਰਭੂ ਨੇ ਉਹਨਾਂ ਨੂੰ ਬਰਕਤ ਵੀ ਦਿੱਤੀ। ਸੋ ਅੱਜ ਜਿਹੜਾ ਅਸੀਂ ਮੂਵੀ ਦੇ ਵਿੱਚ ਦੇਖਦੇ ਪਏ ਸੀਗੇ, ਇੰਨੀ ਬਰਕਤ ਪ੍ਰਭੂ ਨੇ ਉਹਨਾਂ ਨੂੰ ਦਿੱਤੀ। ਇੱਕ ਵਾਰੀ ਉਹਨਾਂ ਨੇ ਪ੍ਰਭੂ ਤੋਂ ਮਾਫੀ ਮੰਗੀ। ਤੁਹਾਨੂੰ ਪਤਾ, ਜਿਸ ਲਈ ਅਸੀਂ ਪ੍ਰਭੂ ਤੋਂ ਮਾਫੀ ਮੰਗਦੇ ਹਾਂ ਆਪਣੇ ਪਾਪਾਂ ਦੀ, ਤਾਂ ਫਿਰ ਉਹ ਇੱਕ ਪਾਪ ਨੂੰ ਮਾਫ ਨਹੀਂ ਕਰਦਾ, ਉਹ ਸਾਡੇ ਸਾਰੇ ਪਾਪਾਂ ਨੂੰ ਮਾਫ ਕਰਦਾ। ਜੋ ਸਾਡੇ ਜਿਹੜੇ ਅਸੀਂ, ਇਸ ਕਰਕੇ ਸਾਮ 51 ਹਰੇਕ ਬੰਦੇ ਦੀ ਜ਼ਿੰਦਗੀ ਦਾ ਇੱਕ ਮੇਨ ਸਾਮ ਹੋਣਾ ਚਾਹੀਦਾ। ਸਾਮ 51 ਸਾਨੂੰ ਸਾਡੇ ਗੁਨਾਹਾਂ ਤੋਂ ਮਾਫੀ ਮੰਗਣ ਦੇ ਲਈ ਮਦਦ ਕਰਦਾ। ਦਾਊਦ ਦਾ ਫੇਵਰਿਟ ਸਾਮ ਸੀ। ਸਾਮ 23 ਉਹਦੀ ਲਾਈਫ ਦਾ ਆਖਰ ਦੇ ਵਿੱਚ ਜਾ ਕੇ ਸਾਮ ਹੋਇਆ ਸੀ, ਜਿਸ ਦਿਨ ਉਸਨੇ ਆਪਣੇ ਪੁੱਤਰ ਦੇ ਸਿਰ ਦੇ ਉੱਤੇ ਤਾਜ ਰੱਖਿਆ ਸੀ ਔਰ ਉਹਦੇ ਮੋਹਰੇ ਚੁੱਕ ਕੇ ਉਸਨੂੰ ਆਪਣਾ ਰਾਜਾ ਮੰਨਿਆ ਸੀ। That was the day। ਉਹ ਦਿਨ ਪ੍ਰਭੂ ਨੇ ਉਹਨੂੰ ਸਾਮ 23 ਦਿੱਤਾ ਸੀ। ਉਸਨੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਕੀਤੀ ਸੀ ਉਹਦੇ ਨਾਲ। ਸਾਮ 51 ਉਹਦੀ ਲਾਈਫ ਦਾ ਮੇਨ ਸਾਮ ਸੀ। ਸੋ ਉਹਨਾਂ ਨੇ ਮਾਫੀ ਮੰਗੀ, ਪ੍ਰਭੂ ਨੇ ਸਾਰੇ ਅਗਲੇ ਪਿਛਲੇ ਉਹਨਾਂ ਦੇ ਗੁਨਾਹ ਮਾਫ ਕਰ ਦਿੱਤੇ, ਪ੍ਰਭੂ ਨੇ ਉਹਨਾਂ ਨੂੰ ਬਰਕਤ ਦਿੱਤੀ। ਹੁਣ ਕਿਉਂਕਿ ਪ੍ਰਭੂ ਨੇ ਅਗਲੇ ਪਿਛਲੇ ਪਾਪ ਉਹਨਾਂ ਦੇ ਮਾਫ ਕਰ ਦਿੱਤੇ, ਪਿਛਲੇ ਪਾਪ ਜਿੰਨੇ ਸੀ ਉਹਨਾਂ ਨੇ ਕੀਤੇ ਮਾਫ ਕਰ ਦਿੱਤੇ ਆ। ਹੁਣ ਉਹ ਅਗਲੇ ਪਾਪ ਜਿਹੜੇ ਹੈਗੇ ਉਹ ਇਕੱਠੇ ਕਰ ਦਿੱਤੇ। ਲੇਕਿਨ ਜਿਸਲੇ ਉੱਥੋਂ ਆਏ, ਜੋਨਾ ਨੂੰ ਉੱਥੇ ਘੱਲਿਆ, ਜਿਸਲੇ ਉਹ ਇੱਥੇ ਆ ਕੇ ਬਸੇ ਆ ਇਜ਼ਰਾਈਲ ਦੀ ਧਰਤੀ ਦੇ ਉੱਤੇ, ਤੇ ਉਹਨਾਂ ਨੇ ਆਪਣੇ ਦੇਵਤਿਆਂ ਦੀ ਜਿਸਲੇ ਪੂਜਾ ਕੀਤੀ ਤਾਂ ਪ੍ਰਭੂ ਨੇ ਸ਼ੇਰ ਘੱਲੇ। ਸੋ ਉਸਨੇ ਕਿਹਾ ਕਿ ਰਾਜਾ ਨੇ ਕਿਹਾ ਇਹ ਕੀ ਹੁੰਦਾ ਪਿਆ, ਮੇਰੇ ਲੋਕਾਂ ਨੂੰ ਸ਼ੇਰ ਕਿਉਂ ਖਾਂਦੇ ਪਏ, ਕਿਉਂ ਮਾਰਦੇ ਪਏ। ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਧਰਤੀ ਦੇ ਉੱਤੇ ਤੂੰ ਆਪਣੇ ਲੋਕ ਵਸਾਏ ਆ ਨਾ, ਜਿਹੜਾ ਉਹਨਾਂ ਦਾ ਦੇਵਤਾ ਆ ਉਹ ਸ਼ੇਰ ਘਾਲਦਾ ਪਿਆ। ਸੋ ਤੁਹਾਨੂੰ ਇੱਕ ਪ੍ਰੋਹਤ ਉੱਥੇ ਘੱਲਣਾ ਚਾਹੀਦਾ ਤਾਂ ਕਿ ਉਹ ਤੁਹਾਡਿਆਂ ਲੋਕਾਂ ਨੂੰ ਪ੍ਰਭੂ ਦੀ ਪ੍ਰਸਤਿਸ਼ ਕਰਨੀ ਸਿਖਾਏ। ਸੋ ਉਹ ਆਪਣੇ ਦੇਵਤੇ ਦੀ ਵੀ ਪੂਜਾ ਕਰਦੇ ਸੀਗੇ, ਉਹਨਾਂ ਨੂੰ ਪਤਾ ਹੀ ਵਿਚਾਰਿਆਂ ਨੂੰ ਇੰਨਾ ਸੀ, ਉਹ ਆਪਣੇ ਦੇਵਤੇ ਤੋਂ ਉਹ ਤੋਂ ਵੀ ਡਰਦੇ ਆ, ਉਹਦੀ ਪੂਜਾ ਕਰਦੇ, ਪਰ ਨਾਲ ਨਾਲ ਪ੍ਰਭੂ ਦੀ ਵੀ ਪੂਜਾ ਲੱਗ ਪਏ। ਹੈ ਕਿ ਨਹੀਂ ਅਜੀਬ, ਹੈ ਕਿ ਨਹੀਂ ਅਜੀਬ। ਔਰ ਪ੍ਰਭੂ ਦੇ ਲੋਕ ਜਿਸ ਵੇਲੇ ਉੱਥੇ ਸੀ, ਉਹ ਬਾਲ ਦੀ ਪੂਜਾ ਕਰਦੇ ਸੀ, ਜਾਦੂ ਟੂਣਾ ਕਰਦੇ ਸੀ, ਅਸੇਰਥ ਦੇਵੀ ਦੀ ਪੂਜਾ ਕਰਦੇ ਸੀ, ਦਰਖਤਾਂ ਦੀ ਪੂਜਾ ਕਰਦੇ ਸੀ, ਔਰ ਉਹ ਪ੍ਰਭੂ ਤੋਂ ਉਹ ਇਹ ਕਹਿੰਦੇ ਸੀਗੇ ਕਿ ਇਹ ਬੱਚਾ ਆ ਜਿਹੜਾ ਸਾਨੂੰ ਬਚਾ ਕੇ ਲੈ ਕੇ ਆਇਆ। ਉਹ ਨਹੀਂ ਸੀ ਕਰਦੇ। ਪ੍ਰਭੂ ਨੇ ਇੰਨੇ ਨਬੀ ਘੱਲੇ ਉੱਥੇ, ਅਲਾਈਜਾ, ਇਲਾਸ਼ਾ ਵਰਗੇ ਨਬੀ ਉੱਥੇ ਆਏ, ਵੱਡੇ ਵੱਡੇ ਜਿਹੜੇ ਨਬੀ ਹੈ ਜਿਹਨਾਂ ਦੇ ਬਾਰੇ ਅਸੀਂ ਗਾਂ ਜਾ ਕੇ ਪੜ੍ਹਨਾ। ਇੰਨੇ ਨਬੀ ਯਹੂਦਾ ਚ ਨਹੀਂ ਆਏ ਜਿੰਨੇ ਨਬੀ ਐਕਚੁਅਲੀ ਇਹਨਾਂ ਦੇ ਕੋਲ ਆਏ, ਲੇਕਿਨ ਨਹੀਂ ਮੰਨੀ। ਉਹਨਾਂ ਦੇ ਕੋਲ ਕੋਈ ਨਬੀ ਗਿਆ ਸੀ, ਉਹਨੇ ਮੰਨ ਲਈ। ਔਰ ਦੇਖੋ ਪ੍ਰਭੂ ਨੇ ਉਹਨਾਂ ਨੂੰ ਕਿੰਨੀ ਬਰਕਤ ਦਿੱਤੀ। ਅਸੀਂ ਮੂਵੀ ਦੇ ਵਿੱਚ ਦੇਖਿਆ ਕਿੰਨੀ ਬਰਕਤ ਦਿੱਤੀ। ਮੈਂ ਤੁਹਾਨੂੰ ਇੱਕ ਲਿੰਕ ਲਿਆ ਹੈਗਾ, ਉਹ 3.5 ਘੰਟੇ ਦੀ ਮੂਵੀ ਆ,
ਉਹ ਸਾਰੇ ਇਹਨਾਂ ਅਸੂਰੀ ਲੋਕਾਂ ਦੀ। ਔਰ ਇਸੇ ਤਰ੍ਹਾਂ ਮੇਰੇ ਕੋਲ ਬਾਬਲ ਦੇ ਦੇ ਉੱਤੇ ਵੀ ਹੈਗੀਆਂ ਜਿਹੜੀਆਂ ਬੈਬੀਲੋਨ ਦੀ ਜਿਹੜੀ ਕਿੰਗਡਮ ਸੀਗੀ ਨਾ, ਉਹਨਾਂ ਦੇ ਉੱਤੇ ਵੀ ਮੂਵੀਆਂ ਹੈਗੀਆਂ, ਜਿਸ ਲਈ ਅਸੀਂ ਉੱਥੇ ਜਾਵਾਂਗੇ ਤਾਂ ਫਿਰ ਉਹਨਾਂ ਦੇ ਬਾਰੇ ਵੀ ਦੇਖਾਂਗੇ। ਇਹ ਅਬਾਊਟ 3-3.5 ਘੰਟੇ ਦੀ ਮੂਵੀ ਆ, ਐਨ ਖੋਲ ਕੇ ਸਾਰਾ ਸਮਝਾਇਆ ਕਿ ਇਹਦੇ ਵਿੱਚ ਇਹ ਲੋਕ ਕੌਣ ਸੀ, ਕਿੱਥੋਂ ਆਏ ਸੀ, ਕਿੱਦਾਂ ਆਏ ਸੀ। ਬਾਈਬਲ ਸਾਡੀ ਥੋੜਾ ਜਿਹਾ ਵੱਖਰਾ ਦੱਸਦੀ ਪਈ ਆ, ਇਹ ਥੋੜਾ ਜਿਹਾ ਵੱਖਰਾ ਦੱਸਦੇ ਪਏ ਆ ਕਿ ਨਿਮਰੋਦ ਸੀਗਾ। ਨਿਮਰੋਦ ਵੀ ਜਿਹੜਾ ਸੀਗਾ, ਨਿਮਰੋਦ ਦਾ ਜਿਹੜਾ ਸੀਗਾ ਉਹ ਬਾਬਲ ਤੋਂ ਹੀ ਸੀਗਾ। ਉੱਥੇ ਦਾ ਦੇਵਤਾ ਵੀ ਉਹ ਆਪ ਹੀ ਬਣ ਕੇ ਬੈਠਾ ਸੀ। ਸੋ ਅਸੀਂ ਪਹੁੰਚ ਚੁੱਕੇ ਹਾਂ ਹੁਣ। ਇਜ਼ਰਾਈਲੀ ਜਿਹੜੇ ਆ ਅਸ਼ੂਰੀ ਨਿਵਾਸੀ ਜਿਹੜੇ ਹੈਗੇ ਆ, ਉਹ ਇਜ਼ਰਾਈਲ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ ਔਰ ਉੱਥੇ ਉਹ ਬਸ ਗਏ। ਹੁਣ ਅਸੀਂ ਆ ਗਏ ਦੂਜੇ ਪਾਸੇ ਯਹੂਦਾ। ਬਸ ਉਹੀ ਧਰਤੀ ਰਹਿ ਗਈ, 2.5 ਕਬੀਲੇ ਰਹਿ ਗਏ। 9.5 ਕਬੀਲੇ ਉਹਨਾਂ ਨੇ ਖਿਲਾਰ ਦਿੱਤੇ, ਜਗ੍ਹਾ ਜਗ੍ਹਾ ਖਿਲਾਰ ਦਿੱਤੇ। ਔਰ ਹੁਣ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਰੱਜ ਕੇ ਪੂਜਾ ਕਰੋ, ਰੱਜ ਕੇ ਪੂਜਾ ਕਰੋ ਦੇਵਤਿਆਂ ਦੀ। ਔਰ ਉਹ ਹੋ ਰਿਹਾ। ਪਰ ਹੁਣ ਜਿਹੜਾ ਥੱਲੜਾ ਇਲਾਕਾ, ਜਿਹੜਾ ਅਸੀਂ let me see if I have that. ਸੋ ਇਸ ਮੈਪ ਦੇ ਵਿੱਚ ਅਸੀਂ ਦੇਖਦੇ ਪਏ ਜਿਹੜਾ ਆਹ ਪੀਲਾ ਹਿੱਸਾ ਆ, ਬਸ ਇਹ ਰਹਿ ਗਿਆ। ਜਿਹੜਾ ਆਹ ਇਲਾਕਾ ਪ੍ਰਭੂ ਨੇ ਉਹਨਾਂ ਨੂੰ ਦਿੱਤਾ ਸੀਗਾ ਇਜ਼ਰਾਈਲੀਆਂ ਨੂੰ, ਆ ਜਿਹੜਾ ਸਾਰਾ ਇਲਾਕਾ ਦਿੱਤਾ ਸੀ, ਇਹ ਸਾਰਾ ਇਲਾਕਾ ਚਲਾ ਗਿਆ। ਸਿਰਫ ਆਹ ਹੀ ਏਰੀਆ ਰਹਿ ਗਿਆ। ਆ ਜਿੰਨਾ ਕਾ ਪੀਲਾ ਪੀਲਾ ਅਸੀਂ ਦੇਖਦੇ ਪਏ ਨਾ, ਇਹ ਇੰਨਾ ਰਹਿ ਗਿਆ। ਔਰ ਪ੍ਰਭੂ ਨੇ ਦਾਊਦ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜੀ ਐਕਚੁਅਲੀ ਜ਼ਮੀਨ ਦਿੱਤੀ ਸੀਗੀ, ਦਾਊਦ ਦੇ ਸਮੇਂ ਦੇ ਵਿੱਚ ਉਹਨਾਂ ਦਾ ਜਿਹੜਾ ਰਾਜ ਸੀਗਾ, ਇਹ ਸਾਰੇ ਇਲਾਕੇ ਦੇ ਉੱਤੇ ਰਾਜ ਸੀਗਾ। ਇਹ ਸਾਰੇ ਇਲਾਕੇ ਦੇ ਉੱਤੇ ਉਹਨਾਂ ਦਾ ਰਾਜ ਸੀਗਾ। ਔਰ ਹੁਣ ਜਿਹੜਾ ਉਹਨਾਂ ਦੇ ਕੋਲ ਬਸ ਉਹੀ ਥੋੜਾ ਜਿਹਾ ਇਲਾਕਾ ਰਹਿ ਗਿਆ। ਮੇਰਾ ਖਿਆਲ ਆ, ਮੈਨੂੰ ਇੱਥੇ ਦੇਖ ਲੈਂਦੇ ਹੋ, ਇੱਥੇ ਹੁਣ ਜੀ ਇੰਨੇ ਇਲਾਕੇ ਤੇ ਦਾਊਦ ਦਾ ਰਾਜ ਸੀ, ਇੰਨੇ ਇਲਾਕੇ ਤੇ ਦਾਊਦ ਦਾ ਰਾਜ ਸੀ, ਔਰ ਇੰਨੇ ਇਲਾਕੇ ਤੇ ਸੁਲੇਮਾਨ ਦਾ ਰਾਜ ਸੀ। ਔਰ ਹੁਣ ਉਹਨਾਂ ਦੇ ਕੋਲ ਕਿਵੇਂ ਨੋ ਸਿਰ ਤੇ ਨਹੀਂ ਬੈਠਾ ਨਹੀਂ। ਸੋ ਹੁਣ ਅਸੀਂ ਜਿਹੜਾ ਦੇਖਦੇ ਪਏ ਆ, ਉਹ ਉਹਨਾਂ ਦਾ ਜਿਹੜਾ ਰਾਜ ਆ, ਉਹ ਸਿਰਫ ਉਹ ਥੋੜੇ 2.5 ਕਬੀਲਿਆਂ ਦਾ ਰਾਜ ਰਹਿ ਗਿਆ। ਬਾਕੀ ਸਭ ਤਬਾਹ ਹੋ ਗਿਆ, ਸਭ ਤਬਾਹ ਹੋ ਗਿਆ। ਸੋ ਆਓ 18ਵਾਂ ਭਾਗ ਔਰ ਉਸ ਦੀਆਂ ਪਹਿਲੀਆਂ 12 ਆਇਤਾਂ ਦੇਖੀਏ। ਹਾਂਜੀ। ਯਹੂਦਾ ਦਾ ਰਾਜਾ ਹਿਜਕੀਆ ਇਜ਼ਰਾਈਲ ਦੇ ਰਾਜੇ ਹੋਸ਼ਿਆ ਦੇ ਰਾਜ ਕਾਲ ਦੇ 3 ਸਾਲ ਵਿੱਚ ਆਹਾਜ਼ ਦਾ ਪੁੱਤਰ ਹਿਜਕੀਆ ਯਹੂਦਾ ਦਾ ਰਾਜਾ ਬਣਿਆ। ਹਿਜਕੀਆ ਰਾਜ ਗੱਦੀ ਉੱਤੇ ਬੈਠਣ ਸਮੇਂ 25 ਸਾਲ ਦਾ ਸੀ ਤੇ ਉਸਨੇ ਯਰੂਸ਼ਲਮ ਵਿੱਚ 29 ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਂ ਅਬੀ ਸੀ, ਜੋ ਜ਼ਕਰਿਆ ਦੀ ਪੁੱਤਰੀ ਸੀ। ਰਾਜਾ ਹਿਜਕੀਆ ਨੇ ਆਪਣੇ ਪੁਰਖਾ ਦਾਊਦ ਦੇ ਵਾਂਗ ਸਭ ਕੰਮ ਪ੍ਰਭੂ ਦੀ ਇੱਛਾ ਅਨੁਸਾਰ ਕੀਤੇ। ਉਸਨੇ ਪਰਾਏ ਦੇਵਤਿਆਂ ਦੇ ਪੂਜਾ ਸਥਾਨਾਂ ਨੂੰ ਖਤਮ ਕਰ ਦਿੱਤਾ ਤੇ ਉੱਚੀਆਂ ਥਾਵਾਂ ਉੱਤੇ ਬਣੀਆਂ ਬੇਦੀਆਂ ਤੇ ਅਸ਼ੇਰਾ ਦੇਵੀ ਦੀ ਮੂਰਤੀ ਨੂੰ ਵੀ ਤੋੜ ਫੋੜ ਦਿੱਤਾ। ਉਸਨੇ ਮੂਸਾ ਦੁਆਰਾ ਬਣਾਏ ਹੋਏ ਕਹੇ ਦੇ ਸੱਪ ਨੂੰ, ਜਿਸ ਅੱਗੇ ਅਜੇ ਤੱਕ ਲੋਕ ਧੂਪ ਝੁਕਾਉਂਦੇ ਸਨ, ਵੀ ਟੋਟੇ ਕਰ ਦਿੱਤਾ। ਉਸ ਸੱਪ ਦਾ ਨਾਂ ਨਹੁਸ਼ਤਾਨ ਸੀ। ਰਾਜਾ ਹਿਜਕੀਆ ਪ੍ਰਭੂ ਇਜ਼ਰਾਈਲ ਦੇ ਪਰਮੇਸ਼ਰ ਉੱਤੇ ਵਿਸ਼ਵਾਸ ਕਰਦਾ ਸੀ, ਇੱਥੋਂ ਤੱਕ ਕਿ ਉਸ ਦੇ ਪਹਿਲਾਂ ਜਾਂ ਪਿੱਛੋਂ ਯਹੂਦਾ ਦਾ ਉਸ ਵਰਗਾ ਰਾਜਾ ਨਹੀਂ ਹੋਇਆ ਸੀ। ਉਹ ਪੂਰਨ ਤੌਰ ਤੇ ਪ੍ਰਭੂ ਦੀ ਇੱਛਾ ਅਨੁਸਾਰ ਚੱਲਦਾ ਸੀ ਅਤੇ ਉਸਨੇ ਕਦੀ ਵੀ ਪ੍ਰਭੂ ਦੀ ਕਿਸੇ ਆਗਿਆ ਨੂੰ ਤੋੜਿਆ ਨਹੀਂ ਸੀ। ਉਹ ਮੂਸਾ ਦੁਆਰਾ ਪ੍ਰਭੂ ਦੀਆਂ ਮਿਲੀਆਂ ਆਗਿਆਵਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਦਾ ਸੀ। ਪ੍ਰਭੂ ਵੀ ਉਸਦੇ ਸੰਗ ਹਮੇਸ਼ਾ ਰਿਹਾ ਅਤੇ ਉਹ ਹਿਜਕੀਆ ਦੇ ਹਰ ਕੰਮ ਨੂੰ ਸਫਲ ਕਰਦਾ ਸੀ।
ਉਸਨੇ ਸ਼ੂਰ ਦੇ ਰਾਜਾ ਦੀ ਅਧੀਨਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਤੋਂ ਆਜ਼ਾਦ ਹੋ ਗਿਆ। ਉਸਨੇ ਫਿਲਿਸਤੀਨੀਆਂ ਨੂੰ ਵੀ ਜਿੱਤਿਆ ਅਤੇ ਗਾਜ਼ਾ ਅਤੇ ਸਭ ਛੋਟੇ ਵੱਡੇ ਨਗਰਾਂ ਆਦਿ ਸਭ ਇਲਾਕਿਆਂ ਉੱਤੇ ਚੜ੍ਹਾਈ ਕੀਤੀ। ਰਾਜਾ ਹਿਜ਼ਕੀਆ ਦੇ ਰਾਜਕਾਲ ਦੇ ਚੌਥੇ ਸਾਲ ਵਿੱਚ ਤੇ ਇਜ਼ਰਾਈਲ ਦੇ ਰਾਜਾ ਹੋਸ਼ਾ ਦੇ 7ਵੇਂ ਸਾਲ ਵਿੱਚ ਅਸ਼ੂਰ ਦੇ ਰਾਜਾ ਸ਼ਲਮਨਸਰ ਨੇ ਸਮਰਿਆ ਅੱਛਾ, ਇੱਥੇ ਠੀਕ ਹੈ ਸਿਸਟਰ ਜੀ। ਓਕੇ ਜੀ। ਅਸੀਂ ਇਹ ਦੇਖਦੇ ਪਏ ਆ ਕਿ ਅਸੀਂ ਇਹ ਦੇਖਦੇ ਪਏ ਆ ਕਿ ਹੁਣ ਇੱਕ ਰਾਜਾ ਆ ਗਿਆ ਔਰ ਉਸਨੇ ਇੱਕ ਚੀਜ਼ ਸਿੱਖ ਲਈ ਕਿ ਇਹ ਕਿਉਂ ਹੋਇਆ ਉਹਨਾਂ ਦੇ ਨਾਲ। ਅਸੂਰ ਦਾ ਰਾਜਾ ਨੂੰ ਪ੍ਰਭੂ ਨੇ ਕਿਉਂ ਜਿੱਤ ਦਿੱਤੀ, ਕਿਉਂ 9.5 ਕਬੀਲੇ ਜਿਹੜੇ ਆ ਉਹ ਹਾਰ ਗਏ। ਬਹੁਤ ਦੇਰ ਬਾਅਦ, ਦਾਊਦ ਤੋਂ ਬਾਅਦ ਇਹ ਪਹਿਲਾ ਰਾਜਾ ਆਇਆ ਜਿਸ ਨੇ ਸਾਰੀਆਂ ਬੇਦੀਆਂ ਢਾ ਦਿੱਤੀਆਂ। ਉਹਨਾਂ ਨੇ ਪ੍ਰਭੂ ਦੀਆਂ ਬੇਦੀਆਂ ਢਾਈਆਂ ਸੀ। ਰਾਜਾ ਆਹਾਬ ਜਿਹੜਾ ਆਇਆ ਸੀ, ਉਹਨਾਂ ਨੇ ਪ੍ਰਭੂ ਦੀਆਂ ਬੇਦੀਆਂ ਢਾਈਆਂ ਸੀ। ਪਰ ਇਹ ਪਹਿਲਾ ਰਾਜਾ ਆਇਆ ਜਿਸ ਨੇ ਜਿੱਥੇ ਜਿੱਥੇ ਵੀ ਪੂਜਾ ਹੁੰਦੀ ਸੀ ਸ਼ੈਤਾਨ ਦੀ, ਇਹ ਦੇਵੀ ਦੇਵਤਿਆਂ ਦੀ, ਇਹ ਦਰਖਤਾਂ ਦੀ, ਉਸਨੇ ਉਹਨਾਂ ਸਾਰੀਆਂ ਚੀਜ਼ਾਂ ਦੀ ਸਫਾਈ ਕਰ ਦਿੱਤੀ। ਹੁਣ ਜੇ ਹੈ ਹੀ ਨਹੀਂ ਤੇ ਲੋਕ ਨੇ ਕਿੱਦਾਂ ਪੂਜਣਗੇ? ਔਰ ਇਹਦਾ ਮਤਲਬ ਰਾਜਾ ਨੇ ਸਖਤੀ ਵੀ ਕੀਤੀ ਹੈ ਨਾਲ। ਉਹਨੇ ਲੋਕਾਂ ਨੂੰ ਉਹਨਾਂ ਦਾ ਹਾਲ ਦਿਖਾਇਆ ਕਿ ਆਹ ਹਾਲ ਹੋਣਾ ਤੁਹਾਡਾ। ਔਰ ਦੇਖੋ ਉਜਾੜ ਦੇ ਵਿੱਚ ਮੂਸਾ ਨੇ ਇਹ ਸੱਪ ਬਣਾਇਆ ਸੀ। ਜਿਸ ਲਈ ਇਜ਼ਰਾਈਲੀਆਂ ਨੇ ਪ੍ਰਭੂ ਦੇ ਖਿਲਾਫ ਬੁੜਬੜਾਏ ਤਾਂ ਉਸਨੇ ਉਹਨਾਂ ਦੇ ਉੱਤੇ ਸੱਪ ਘੱਲੇ ਔਰ ਜਿਨਸ ਦੇ ਨਾਲ ਬੜੀ ਪੇਨਫੁਲ ਮੌਤ ਹੁੰਦੀ ਸੀ। ਮੂਸਾ ਪ੍ਰਭੂ ਤੋਂ ਗਿਆ, ਕਹਿੰਦਾ ਪ੍ਰਭੂ ਰਹਿਮ ਕਰੇ, ਕੀ ਹੁੰਦਾ ਪਿਆ? ਉਸਨੇ ਕਿਹਾ ਠੀਕ ਹੈ, ਕਹੇ ਦਾ ਸੱਪ ਬਣਾ। ਜਿਹੜਾ ਉਹ ਸੱਪ ਵੱਲ ਦੇਖੇਗਾ, ਅਗਰ ਸੱਪ ਲੜ ਜਾਏਗਾ ਤੇ ਜਿਹੜਾ ਉਹ ਸੱਪ ਉਸਦੇ ਵੱਲ ਦੇਖੇਗਾ ਉਹ ਠੀਕ ਹੋ ਜਾਏ। ਇਸੇ ਕਰਕੇ ਅੱਜ ਕੱਲ ਵੀ ਜਿਹੜਾ ਮੈਡੀਕਲ ਦਾ ਜਿਹੜਾ ਸਾਈਨ ਆ ਉਹਦੇ ਉੱਤੇ 2 ਸੱਪ ਆ ਜਿਹੜੇ ਏਦਾਂ ਘੁੰਮਦੇ ਪਏ। ਔਰ ਜਿਹੜਾ ਵੀ ਉਸਨੂੰ ਦੇਖਦਾ ਸੀਗਾ ਉਹ ਇਹ ਕੀ ਕਰਦੇ ਪਏ ਆ, ਕਮਬਖਤ ਇਹ ਪੂਜਾ ਕਰਦੇ ਪਏ, ਉਹਦੇ ਮੂਹਰੇ ਧੂਫ ਦਿਖਾਉਂਦੇ ਪਏ। ਇਹਨਾਂ ਨੇ ਹਾਲੇ ਵੀ ਸਾਂਭ ਕੇ ਰੱਖਿਆ। ਰਾਜਾ ਹਿਜ਼ਕੀਆ ਨੇ ਉਸਦੇ ਟੋਟੇ ਕੀਤੇ ਆ। ਰਾਜਾ ਹਿਜ਼ਕੀਆ ਨੇ ਟੋਟੇ ਕੀਤੇ। ਇਹ ਆਲਮੋਸਟ ਤੁਸੀਂ ਇਹ ਕਹਿ ਲਓ ਅਸੀਂ ਹੈਗੇ ਇੱਥੇ 720 ਸਾਲ ਤੇ, ਔਰ ਮੇਰਾ ਖਿਆਲ ਆ ਕਿ ਉਹ ਜਿਹੜਾ ਹੈਗਾ ਬੇਸਿਕਲੀ 40 ਸਾਲ ਦਾ ਸਾਰਾ ਸਮਾਂ ਉਹ ਇੱਥੇ ਉਹ ਮੈਂ ਦੇਖ ਰਿਹਾ ਹਾਂ, ਬੇਸਿਕਲੀ 1400 ਸਾਲ, 1462 ਸਾਲ ਤੇ ਪ੍ਰਭੂ ਯਿਸੂ ਮਸੀਹ ਦੇ, ਤੇ ਹੁਣ ਰਹਿ ਗਿਆ 710 ਸਾਲ ਪ੍ਰਭੂ ਯਿਸੂ ਮਸੀਹ ਨੂੰ ਆਉਣ ਤੇ। 720 ਸਾਲ ਸੌਰੀ, ਪੂਰੇ 700 ਸਾਲ ਬੇਸਿਕਲੀ ਉਹਨਾਂ ਨੇ ਉਹ ਸੱਪ ਦੀ ਪੂਜਾ ਕੀਤੀ। ਔਰ ਹੁਣ ਆ ਕੇ ਰਾਜਾ ਹਿਜ਼ਕੀਆ ਨੇ ਉਸ ਨੂੰ ਤੋੜਿਆ, ਉਹਦੇ ਵੀ ਟੋਟੇ ਟੋਟੇ ਉਸਨੇ ਕਰ ਦਿੱਤੇ। ਏਦਾਂ ਖਾਤਮਾ ਉਸਨੇ ਕੀਤਾ। ਫਿਰ ਹੁਣ ਉਸਨੂੰ ਪ੍ਰਭੂ ਨੇ ਦਿਖਾਉਣਾ ਕਿ ਮੈਂ ਕਿੱਦਾਂ ਬਚਾਉਣਾ। ਹੁਣ ਤੂੰ ਮੇਰੀ ਤਾਕਤ, ਤੂੰ ਮੇਰੇ ਵੱਲ ਨੂੰ ਮੁੜਿਆ ਨਾ, ਹੁਣ ਤੂੰ ਮੇਰੀ ਤਾਕਤ ਦੇਖੇਗਾ। ਸੋ ਹੁਣ ਉਹ ਆ ਚੜੇ ਆ ਇਹਨਾਂ ਦੇ ਉੱਤੇ ਵੀ, ਇਹਨਾਂ ਉੱਤੇ ਵੀ ਚੜਾਈ ਕਰ ਦਿੱਤੀ ਆ। ਸੋ ਆਓ ਅਸੀਂ ਦੇਖੀਏ ਪ੍ਰਭੂ ਦਾ ਵਚਨ ਦੇ ਵਿੱਚੋਂ 13 ਆਇਤ ਤੋਂ ਲੈ ਕੇ
um, खत्म ही कर दियो। पास्टर ये तो पहला भी रहंदियां दो थोड़ियां जिहियां आयतां। अच्छा पढ़ दियो। हाँ जी। ਸ਼ਾਲਮ ਨਸਰ ਨੇ 3 ਸਾਲਾਂ ਤੱਕ ਸਾਂਬੀਆ ਨੂੰ ਘੇਰੇ ਰੱਖਿਆ ਅਤੇ ਅੰਤ ਵਿੱਚ ਉਸ ਉੱਤੇ ਕਬਜ਼ਾ ਕਰ ਲਿਆ, ਜਦੋਂ ਕਿ ਹਿਜਕੀਆ ਦੇ ਰਾਜਕਾਲ ਦਾ 6ਵਾਂ ਸਾਲ ਸੀ ਤੇ ਹੋਸ਼ਿਆ ਦਾ 9ਵਾਂ ਸਾਲ ਸੀ। ਤਦ ਉਹਦਾ ਰਾਜਾ ਇਜ਼ਰਾਈਲੀਆਂ ਨੂੰ ਅਸ਼ੂਰ ਵਿੱਚ ਬੰਦੀ ਬਣਾ ਕੇ ਲੈ ਗਿਆ ਤੇ ਉਹਨਾਂ ਨੂੰ ਹੱਲਾ ਨਗਰ ਵਿੱਚ, ਗੁਜਾਨ ਵਿੱਚ, ਅਬੋਰ ਦਰਿਆ ਦੇ ਕੰਢੇ ਉੱਤੇ ਹਲਾ ਦੇ ਇਲਾਕੇ ਵਿੱਚ ਅਤੇ ਮਾਦੀ ਦੇ ਸ਼ਹਿਰਾਂ ਵਿੱਚ ਬਸਾ ਦਿੱਤਾ। ਇਜ਼ਰਾਈਲ ਦੀ ਹਾਰ ਦਾ ਕਾਰਨ ਇਹ ਸੀ ਕਿਉਂਕਿ ਇਜ਼ਰਾਈਲੀਆਂ ਨੇ ਪ੍ਰਭੂ ਆਪਣੇ ਪਰਮੇਸ਼ਰ ਦੀਆਂ ਉਹਨਾਂ ਆਗਿਆਵਾਂ ਦੀ ਪਾਲਣਾ ਨਹੀਂ ਕੀਤੀ ਸੀ ਜੋ ਉਸਨੇ ਆਪਣੇ ਦਾਸ ਮੂਸਾ ਦੇ ਦੁਆਰਾ ਉਹਨਾਂ ਨੂੰ ਦਿੱਤੀਆਂ ਸਨ। ਉਹ ਨਾ ਹੀ ਉਹਨਾਂ ਆਗਿਆਵਾਂ ਨੂੰ ਮੰਨਦੇ ਸਨ ਤੇ ਨਾ ਹੀ ਉਹਨਾਂ ਅਨੁਸਾਰ ਚੱਲਦੇ ਸਨ। ਅਸ਼ੂਰੀ ਲੋਕਾਂ ਦਾ ਯਰੂਸ਼ਲਮ ਉੱਤੇ ਹੱਲਾ। ਰਾਜਾ ਹਿਜਕੀਆ ਦੇ ਰਾਜਕਾਲ ਦੇ 14ਵੇਂ ਸਾਲ ਵਿੱਚ ਅਸ਼ੂਰ ਦਾ ਰਾਜਾ ਸਨਹਰੀਬ ਨੇ ਯਹੂਦਾ ਦੇ 4 ਦੀਵਾਰੀਆਂ ਵਾਲੇ ਸਾਰੇ ਨਗਰਾਂ ਉੱਤੇ ਚੜ੍ਹਾਈ ਕਰਕੇ ਉਹਨਾਂ ਉੱਤੇ ਕਬਜ਼ਾ ਕਰ ਲਿਆ ਸੀ। ਤਦ ਰਾਜਾ ਹਿਜਕੀਆ ਨੇ ਅਸ਼ੂਰ ਦੇ ਰਾਜਾ ਕੋਲ ਲਕੀਸ਼ ਨਗਰ ਵਿੱਚ ਇਹ ਸੰਦੇਸ਼ ਘੱਲਿਆ, ਮੈਂ ਅਪਰਾਧੀ ਹਾਂ, ਹੁਣ ਤੂੰ ਆਪਣਾ ਹੱਲਾ ਰੋਕ ਲੈ, ਜੋ ਤੂੰ ਟੈਕਸ ਦੇ ਤੌਰ ਤੇ ਚਾਹੇਗਾ ਮੈਂ ਦੇਵਾਂਗਾ। ਅਸ਼ੂਰ ਦੇ ਰਾਜਾ ਨੇ ਉੱਤਰ ਘੱਲਿਆ ਕਿ ਹਿਜਕੀਆ ਉਸ ਕੋਲ 10,000 ਕਿਲੋ ਚਾਂਦੀ ਅਤੇ 1,000 ਕਿਲੋ ਸੋਨਾ ਘੱਲ ਦੇਵੇ। ਸੋ ਰਾਜਾ ਹਿਜਕੀਆ ਨੇ ਮੰਦਰ ਅਤੇ ਮਹਿਲ ਦੇ ਖਜ਼ਾਨਿਆਂ ਵਿੱਚ ਜਿੰਨੀ ਚਾਂਦੀ ਸੀ ਸਭ ਰਾਜਾ ਸਨਹਰੀਬ ਕੋਲ ਘੱਲ ਦਿੱਤੀ। ਉਸਨੇ ਮੰਦਰ ਦੇ ਦਰਵਾਜ਼ਿਆਂ ਉਤਲਾ ਸੋਨਾ ਵੀ ਜੋ ਉਸਨੇ ਆਪ ਉਹਨਾਂ ਉੱਤੇ ਮੜਵਾਇਆ ਸੀ ਲਾ ਕੇ ਅਸ਼ੂਰ ਦੇ ਰਾਜਾ ਕੋਲ ਘੱਲ ਦਿੱਤਾ। ਤਦ ਅਸ਼ੂਰ ਦੇ ਰਾਜਾ ਨੇ ਆਪਣੇ 3 ਵੱਡੇ ਅਧਿਕਾਰੀਆਂ ਦੀ ਅਗਵਾਈ ਹੇਠ ਇੱਕ ਵੱਡੀ ਸੈਨਾ ਹਿਜਕੀਆ ਉੱਤੇ ਚੜ੍ਹਾਈ ਕਰਨ ਲਈ ਯਰੂਸ਼ਲਮ ਵਿੱਚ ਘੱਲੀ। ਉਹ ਤਿੰਨੇ ਅਧਿਕਾਰੀ ਯਰੂਸ਼ਲਮ ਦੇ ਨੇੜੇ ਧੋਬੀ ਘਾਟ ਦੇ ਨਾਲ ਲੱਗਦੀ ਸੜਕ ਉੱਤੇ ਉਸ ਪਾਣੀ ਦੀ ਨਾਲੀ ਕੋਲ ਖੜੇ ਹੋ ਗਏ ਜਿਸ ਦੁਆਰਾ ਉੱਪਰੋਂ ਪਾਣੀ ਹੇਠਾਂ ਆਉਂਦਾ ਸੀ। ਫਿਰ ਉਹਨਾਂ ਨੇ ਰਾਜਾ ਹਿਜਕੀਆ ਕੋਲ ਸੱਦਾ ਘੱਲਿਆ ਕਿ ਰਾਜਾ ਵੱਲੋਂ ਉਸ ਦੇ 3 ਅਧਿਕਾਰੀ ਹਿਲਕੀਆ ਦਾ ਪੁੱਤਰ ਅਲਯਾਕੀਮ ਜੋ ਮਹਿਲ ਦਾ ਪ੍ਰਬੰਧਕ ਸੀ, ਸ਼ਬਨਾਹ ਜੋ ਦਰਬਾਰ ਦਾ ਮੰਤਰੀ ਸੀ ਅਤੇ ਅਸਾਫ ਦਾ ਪੁੱਤਰ ਜੋ ਸ਼ਾਹੀ ਇਤਿਹਾਸਕਾਰ ਸੀ, ਅਸ਼ੂਰੀ ਅਧਿਕਾਰੀਆਂ ਨੂੰ ਮਿਲਣ ਗਏ। ਤਦ ਇੱਕ ਅਸ਼ੂਰੀ ਅਧਿਕਾਰੀ ਨੇ ਯਹੂਦੀ ਅਧਿਕਾਰੀਆਂ ਨੂੰ ਕਿਹਾ, ਅਸ਼ੂਰ ਦੇ ਮਹਾਰਾਜ ਜਾਣਨਾ ਚਾਹੁੰਦੇ ਹਨ ਕਿ ਰਾਜਾ ਹਿਜਕੀਆ ਨੂੰ ਕਿਸ ਚੀਜ਼ ਉੱਤੇ ਭਰੋਸਾ ਹੈ। ਸਾਡੇ ਮਹਾਰਾਜ ਦਾ ਕਹਿਣਾ ਹੈ ਕਿ ਕੀ ਰਾਜਾ ਹਿਜਕੀਆ ਸਮਝਦਾ ਹੈ ਕਿ ਕੇਵਲ ਮੂੰਹ ਦੇ ਸ਼ਬਦ ਯੁੱਧ ਲੜ ਸਕਦੇ ਹਨ। ਫਿਰ ਅੰਤ ਰਾਜਾ ਹਿਜਕੀਆ ਨੇ ਕਿਸ ਸਾਰੇ ਸਾਡੇ ਮਹਾਰਾਜ ਦੇ ਵਿਰੁੱਧ ਵਿਦਰੋਹ ਕੀਤਾ ਹੈ। ਕੀ ਰਾਜਾ ਹਿਜਕੀਆ ਮਿਸਰ ਦੇ ਰਾਜਾ ਫਰਾਉਨ ਉੱਤੇ ਭਰੋਸਾ ਰੱਖੀ ਬੈਠਾ ਹੈ? ਪਰ ਕੀ ਮਿਸਰ ਦਾ ਰਾਜਾ ਇੱਕ ਸੁੱਕੇ ਕਾਨੇ ਦੇ ਬਰਾਬਰ ਨਹੀਂ ਜੋ ਮਨੁੱਖ ਦੇ ਸਹਾਰਾ ਲੈਂਦਿਆਂ ਹੀ ਟੁੱਟ ਕੇ ਉਸਦੇ ਹੱਥ ਵਿੱਚ ਖੁੱਭ ਜਾਂਦਾ ਹੈ? ਪਰ ਜੇਕਰ ਹਿਜਕੀਆ ਇਹ ਉੱਤਰ ਦੇਵੇ, ਸਾਡਾ ਭਰੋਸਾ ਪ੍ਰਭੂ ਆਪਣੇ ਪਰਮੇਸ਼ਰ ਉੱਤੇ ਹੈ, ਇਸ ਸੰਬੰਧ ਵਿੱਚ ਮੇਰਾ ਕਹਿਣਾ ਹੈ ਕਿ ਇਹ ਪ੍ਰਭੂ ਦੇ ਹੀ ਪੂਜਾ ਸਥਾਨ ਅਤੇ ਵੇਦੀਆਂ ਨਹੀਂ ਸਨ ਜਿਨ੍ਹਾਂ ਨੂੰ ਰਾਜਾ ਹਿਜਕੀਆ ਨੇ ਢਾਹ ਸੁੱਟਿਆ ਸੀ ਅਤੇ ਯਹੂਦਾ ਤੋਂ ਯਰੂਸ਼ਲਮ ਦੇ ਨਿਵਾਸੀਆਂ ਨੂੰ ਕਿਹਾ, ਤੁਸੀਂ ਯਰੂਸ਼ਲਮ ਦੇ ਮੰਦਰ ਵਿੱਚ ਆਰਾਧਨਾ ਕਰੋ ਤੇ ਉਸ ਵਿਚਲੀ ਬੇਦੀ ਉੱਤੇ ਹੀ ਬਲੀਆਂ ਚੜਾਓ। ਹੁਣ ਮੈਂ ਆਪਣੇ ਅਸ਼ੂਰੀ ਮਹਾਰਾਜ ਵੱਲੋਂ ਉਸ ਅੱਗੇ ਸ਼ਰਤ ਰੱਖਦਾ ਹਾਂ, ਮੈਂ 2000 ਘੋੜੇ ਰਾਜਾ ਹਿਜਕੀਆ ਨੂੰ ਦਿੰਦਾ ਹਾਂ ਅਤੇ ਉਹ ਆਪਣੇ ਲੋਕਾਂ ਵਿੱਚੋਂ 2000 ਸਵਾਰ ਲੱਭੇ ਜੋ ਇਹਨਾਂ ਘੋੜਿਆਂ ਉੱਤੇ ਸਵਾਰੀ ਕਰ ਸਕਣ। ਅਸਲ ਗੱਲ ਤਾਂ ਇਹ ਹੈ ਕਿ ਰਾਜਾ ਹਿਜਕੀਆ ਸਾਡੇ ਮਹਾਰਾਜ ਦੇ ਛੋਟੇ ਤੋਂ ਛੋਟੇ ਸੈਨਾਪਤੀ ਦਾ ਟਾਕਰਾ ਵੀ ਨਹੀਂ ਕਰ ਸਕਦਾ। ਕੀ ਉਸ ਨੂੰ ਮਿਸਰ ਦੇ ਘੋੜਿਆਂ ਅਤੇ ਰੱਥਾਂ ਉੱਤੇ ਭਰੋਸਾ ਹੈ? ਕੀ ਰਾਜਾ ਹਿਜਕੀਆ ਸੋਚਦਾ ਹੈ ਕਿ ਮੈਂ ਪ੍ਰਭੂ ਦੀ ਮਦਦ ਤੋਂ ਬਿਨਾਂ ਯਹੂਦਾ ਉੱਤੇ ਚੜ੍ਹਾਈ ਕੀਤੀ ਹੈ? ਇਹ ਸਭ ਪ੍ਰਭੂ ਦੇ ਮਦਦ ਤੇ ਸਲਾਹ ਨਾਲ ਹੀ ਹੋਇਆ ਹੈ ਕਿ ਮੈਂ ਯਹੂਦਾ ਦਾ ਨਾਸ਼ ਕਰਾਂ। ਤਦ ਯਹੂਦੀ ਅਧਿਕਾਰੀਆਂ ਅਲਯਾਕੀਮ, ਸ਼ਬਨਾਹ ਅਤੇ ਯੋਆਹ ਨੇ ਅਸ਼ੂਰੀ ਅਧਿਕਾਰੀ ਨੂੰ ਬੇਨਤੀ ਕੀਤੀ, ਸ਼੍ਰੀਮਾਨ ਜੀ, ਤੁਸੀਂ ਸਾਡੇ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂਕਿ 4 ਦੀਵਾਰੀ ਉੱਤੇ ਬੈਠੇ ਲੋਕ ਵੀ ਤੁਹਾਡੀ ਗੱਲ ਸੁਣ ਰਹੇ ਹਨ। ਪਰ ਅਸ਼ੂਰੀ ਅਧਿਕਾਰੀ ਨੇ ਉੱਤਰ ਦਿੱਤਾ ਕਿ ਤੁਸੀਂ ਸੋਚਦੇ ਹੋ ਕਿ ਸਾਡੇ ਮਹਾਰਾਜ ਨੇ ਸਾਨੂੰ ਕੇਵਲ ਤੁਹਾਨੂੰ ਅਤੇ ਤੁਹਾਡੇ ਰਾਜਾ ਨੂੰ ਇਹ ਸੰਦੇਸ਼ ਘੱਲਿਆ ਹੈ? ਨਹੀਂ, ਸਗੋਂ ਉਸਨੇ ਇਹਨਾਂ ਲੋਕਾਂ ਨੂੰ ਇਹ ਸੰਦੇਸ਼ ਘੱਲਿਆ ਹੈ ਜੋ ਤੁਹਾਡੇ ਨਾਲ ਹੀ ਆਪਣੇ ਅੰਦਰੋਂ ਨਿਕਲਣ ਵਾਲੀ ਗੰਦਗੀ ਖਾਣਗੇ ਤੇ ਆਪਣਾ ਹੀ ਮੂਤਰ ਪੀਣਗੇ। ਤਦ ਅਸ਼ੂਰੀ ਅਧਿਕਾਰੀ ਖੜਾ ਹੋਇਆ ਤੇ ਯਹੂਦੀਆਂ ਦੀ ਭਾਸ਼ਾ ਵਿੱਚ ਇਸ ਤਰ੍ਹਾਂ ਉੱਚੀ ਦਿੱਤੀ ਨਾਲ ਕਹਿਣ ਲੱਗਾ, ਤੁਸੀਂ ਸਭ ਅਸ਼ੂਰ ਦੇ ਮਹਾਰਾਜ ਦਾ ਇਹ ਸੰਦੇਸ਼ ਸੁਣੋ। ਸਾਡੇ ਮਹਾਰਾਜ ਦੀ ਤੁਹਾਨੂੰ ਸਭ ਨੂੰ ਚੇਤਾਵਨੀ ਹੈ ਕਿ ਤੁਸੀਂ ਆਪਣੇ ਰਾਜਾ ਹਿਜਕੀਆ ਦੀ ਗੱਲ ਸੁਣ ਕੇ ਧੋਖਾ ਨਾ ਖਾਵੋ
ਕਿ ਉਹ ਤੁਹਾਡਾ ਬਚਾਅ ਸਾਡੇ ਹੱਥੋਂ ਕਰ ਸਕਦਾ ਹੈ। ਨਾ ਹੀ ਤੁਸੀਂ ਆਪਣੇ ਰਾਜਾ ਦੀ ਇਸ ਗੱਲ ਉੱਤੇ ਧਿਆਨ ਦੇਵੋ ਕਿ ਪ੍ਰਭੂ ਤੁਹਾਡੀ ਮਦਦ ਕਰੇਗਾ ਤੇ ਸਾਡੀ ਸੈਨਾ ਨੂੰ ਤੁਹਾਡੇ ਇਸ ਨਗਰ ਉੱਤੇ ਕਬਜ਼ਾ ਕਰਨ ਤੋਂ ਰੋਕੇਗਾ। ਤੁਸੀਂ ਹਿਜਕੀਆ ਦੀ ਕਿਸੇ ਗੱਲ ਉੱਤੇ ਧਿਆਨ ਨਾ ਦੇਵੋ, ਸਗੋਂ ਸਾਡੇ ਮਹਾਰਾਜ ਦੀ ਆਗਿਆ ਅਨੁਸਾਰ ਤੁਸੀਂ ਨਗਰੋਂ ਬਾਹਰ ਆ ਕੇ ਆਪਣੇ ਆਪ ਨੂੰ ਸਾਡੇ ਹੱਥੀਂ ਸੌਂਪ ਦੇਵੋ। ਤਾਂ ਤੁਸੀਂ ਆਪਣੇ ਅੰਗੂਰਾਂ ਤੇ ਅੰਜੀਰਾਂ ਦੇ ਬਾਗਾਂ ਦੇ ਅੰਗੂਰ ਤੇ ਅੰਜੀਰਾਂ ਖਾਵੋਗੇ। ਤੁਹਾਡੇ ਵਿੱਚੋਂ ਹਰ ਕੋਈ ਆਪਣੇ ਆਪਣੇ ਖੂਹ ਦਾ ਪਾਣੀ ਪੀਵੇਗਾ। ਸਾਡਾ ਮਹਾਰਾਜ ਤੁਹਾਨੂੰ ਇੱਕ ਇਹੋ ਜਿਹੇ ਦੇਸ਼ ਵਿੱਚ ਲੈ ਜਾ ਕੇ ਬਸਾਵੇਗਾ ਜੋ ਤੁਹਾਡੇ ਆਪਣੇ ਦੇਸ਼ ਵਰਗਾ ਹੋਵੇਗਾ, ਜਿੱਥੇ ਨਾਜ, ਨਵੀਂ ਦਾਖਸਾਰ, ਰੋਟੀ, ਅੰਗੂਰੀ ਬਾਗ, ਜੈਤੂਨ ਦਾ ਤੇਲ, ਸ਼ਹਿਦ ਆਦਿ ਬਹੁਤਾਤ ਵਿੱਚ ਮਿਲਦੇ ਹਨ। ਜੇਕਰ ਤੁਸੀਂ ਸਾਡੇ ਮਹਾਰਾਜ ਦੀ ਆਗਿਆ ਮੰਨੋਗੇ ਤਾਂ ਤੁਸੀਂ ਮਰਨ ਤੋਂ ਬਚ ਜਾਵੋਗੇ। ਸੋ ਤੁਸੀਂ ਹਿਜਕੀਆ ਦੀ ਇਹ ਗੱਲ ਮੰਨ ਕੇ ਆਪਣੇ ਆਪ ਨੂੰ ਧੋਖਾ ਨਾ ਦੇਣਾ ਕਿ ਪ੍ਰਭੂ ਤੁਹਾਡਾ ਬਚਾਅ ਕਰੇਗਾ। ਕੀ ਹੋਰਨਾਂ ਕੌਮਾਂ ਦੇ ਦੇਵਤੇ ਉਹਨਾਂ ਨੂੰ ਸ਼ੂਰ ਦੇ ਮਹਾਰਾਜ ਦੇ ਹੱਥੋਂ ਬਚਾ ਸਕੇ ਸਨ? ਇਹਨਾਂ ਸਭ ਕੌਮਾਂ ਦੇ ਦੇਵਤਾ ਅਰਥਾਤ ਹਮਾਤ, ਅਰਪਾਦ, ਸਫਰਵੈਮ, ਹੇਨਾ ਤੇ ਇਵਾ ਉਹਨਾਂ ਨੂੰ ਬਚਾ ਸਕੇ ਸਨ? ਕੀ ਇਹਨਾਂ ਵਿੱਚੋਂ ਕੋਈ ਸਾਮਰੀਆ ਨੂੰ ਸਾਡੇ ਹੱਥੋਂ ਬਚਾ ਸਕਿਆ ਸੀ? ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਦੇਵਤਿਆਂ ਵਿੱਚੋਂ ਕਿਸੇ ਨੇ ਵੀ ਕਿਸੇ ਦੇਸ਼ ਨੂੰ ਵੀ ਅਸ਼ੂਰ ਦੇ ਮਹਾਰਾਜ ਦੇ ਹੱਥੋਂ ਬਚਾਇਆ ਸੀ? ਫਿਰ ਤੁਸੀਂ ਕਿਸ ਤਰ੍ਹਾਂ ਭਰੋਸਾ ਕਰ ਸਕਦੇ ਹੋ ਕਿ ਪ੍ਰਭੂ ਯਰੂਸ਼ਲਮ ਨੂੰ ਬਚਾ ਲਵੇਗਾ? ਪਰ ਲੋਕ ਚੁੱਪ ਰਹੇ। ਰਾਜਾ ਹਿਜਕੀਆ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਉੱਤਰ ਦੇਣ ਤੋਂ ਮਨਾ ਕੀਤਾ ਸੀ, ਸੋ ਉਹਨਾਂ ਨੇ ਕੋਈ ਉੱਤਰ ਨਾ ਦਿੱਤਾ। ਪਰ ਅਲ-ਯਕੀਮ, ਸ਼ਬਨਾ ਅਤੇ ਜੋਹਾ ਨੇ ਆਪਣੇ ਕੱਪੜੇ ਪਾੜੇ ਤੇ ਰਾਜਾ ਹਿਜਕੀਆ ਨੂੰ ਅਸ਼ੂਰੀ ਅਧਿਕਾਰੀਆਂ ਦੁਆਰਾ ਕਈਆਂ ਸਭ ਗੱਲਾਂ ਦੱਸੀਆਂ। ਸੋ ਹੁਣ ਅਸੀਂ ਕੀ ਦੇਖਦੇ ਪਏ ਕਿ ਉਹਨਾਂ ਨੇ ਜਿਹੜੇ ਅਧਿਕਾਰੀ ਘੱਲੇ ਆ ਉਹ ਉਹਨਾਂ ਦੀ ਬੋਲੀ ਦੇ ਵਿੱਚ ਬੋਲਦੇ ਪਏ। ਉਹ ਕੌਣ ਆ? ਉਹ ਇਜ਼ਰਾਈਲੀ ਹੈ। ਇਜ਼ਰਾਈਲੀ ਉਹਨਾਂ ਦੀ ਫੌਜ ਦੇ ਵਿੱਚ। ਜੋ ਸੁਨੇਹਾ ਆਇਆ ਉਹ ਦਿੰਦਾ ਪਿਆ। ਉਹ ਕਹਿੰਦਾ ਕਿ ਜਿਹੜੀ ਮੇਨ ਚੀਜ਼ ਜਿਹੜੀ ਉਹਨੇ ਇਹ ਕਹੀ ਆ, ਜਿਸ ਲਈ ਅਸੀਂ ਆਇਤ 25 ਪੜ੍ਹਦੇ ਪਏ, ਇੱਥੋਂ ਸਾਨੂੰ ਪਤਾ ਲੱਗਦਾ ਕਿ ਮੇਨ ਚੀਜ਼ ਉਹਨੇ ਕੀ ਕਹੀ। ਮੇਨ ਚੀਜ਼ ਉਹਨੇ ਕੀ ਕਿ ਰਾਜਾ ਹਿਜਕੀਆ ਸੋਚਦਾ ਹੈ ਕਿ ਮੈਂ ਪ੍ਰਭੂ ਦੀ ਮਦਦ ਤੋਂ ਬਿਨਾਂ ਯਹੂਦਾ ਉੱਤੇ ਚੜ੍ਹਾਈ ਕੀਤੀ ਹੈ। ਉਹ ਇਹ ਸੋਚਦਾ ਕਿ ਮੇਰੇ ਨਾਲ ਤੁਹਾਡੇ ਪ੍ਰਭੂ ਦੀ ਮਦਦ ਹੈ ਨਹੀਂ ਗੀ, ਉਹਦੀ ਮਦਦ ਦੇ ਨਾਲ ਹੀ ਮੈਂ ਕੀਤੀ। ਇਹ ਮੇਨ ਚੀਜ਼ ਕਹੀ ਉਹਨੇ ਸਾਰੀ। ਮੇਨ ਚੀਜ਼ ਆ ਕਹੀ, ਆ ਬੁੱਧੀ ਵਾਲੀ ਚੀਜ਼ ਕਿ ਪ੍ਰਭੂ ਨੇ ਉਹਨਾਂ ਦੀ ਮਦਦ ਕੀਤੀ ਆ ਔਰ ਉਹਨਾਂ ਨੂੰ ਪਤਾ ਆ। ਉਸਨੇ ਇਹ ਨਹੀਂ ਕਿਹਾ ਕਿ ਮੇਰਾ ਦੇਵਤੇ ਨੇ ਮੈਨੂੰ ਕੱਲਿਆ। ਉਸਨੇ ਕਿਹਾ ਪ੍ਰਭੂ ਨੇ, ਇਹ ਪ੍ਰਭੂ ਦੀ ਮਦਦ ਤੋਂ ਬਿਨਾਂ ਨਹੀਂ ਹੁੰਦਾ ਪਿਆ। ਤੁਹਾਡੇ ਪ੍ਰਭੂ ਨੇ ਮੇਰੀ ਮਦਦ ਕੀਤੀ, ਜਿਹੜਾ ਮੈਂ ਦੇਸ਼ ਇੰਨਾ ਫੈਲਾਇਆ, ਜਿਹੜੇ ਮੈਂ ਇੰਨੇ ਕਬਜ਼ੇ ਕੀਤੇ। ਔਰ ਫਿਰ ਉਹ ਕਹਿੰਦਾ ਇਹ ਸਭ ਪ੍ਰਭੂ ਦੀ ਮਦਦ ਤੇ ਸਲਾਹ ਦੇ ਨਾਲ ਹੋਇਆ ਹੈ ਕਿ ਮੈਂ ਯਹੂਦਾ ਦਾ ਨਾਸ਼ ਕਰਾਂ। ਔਰ ਇਹ ਉਸ ਵੇਲੇ ਹੋ ਰਿਹਾ ਸੀ ਜਿਸ ਵੇਲੇ ਉਹ ਸਾਮਰੀਆ ਦੇ ਉੱਤੇ ਕਬਜ਼ਾ ਕਰਦਾ। ਉਹਨਾਂ 3 ਸਾਲਾਂ ਦੇ ਵਿੱਚ ਇਹ ਆਵਾਜ਼ ਉਸ ਨੂੰ ਆਈ। ਲੇਕਿਨ ਰਾਜਾ ਹਿਜਕੀਆ ਨੇ ਆਪਣੇ ਰਸਤੇ ਬਦਲ ਦਿੱਤੇ, ਆਪਣੀ ਕੌਮ ਦੇ ਰਸਤੇ ਬਦਲ ਦਿੱਤੇ, ਉਹਨਾਂ ਦੇ ਰਸਤੇ ਸਿੱਧੇ ਕਰ ਦਿੱਤੇ। ਉਹਨਾਂ ਨੂੰ ਸਿਰਫ ਪ੍ਰਭੂ ਦੇ ਵੱਲ ਉਹਨਾਂ ਦਾ ਧਿਆਨ ਕਰ ਦਿੱਤਾ। ਜੇ ਬਚਣਾ ਆ ਤੇ ਪ੍ਰਭੂ ਦੀ ਹਜ਼ੂਰੀ ਚ ਆ ਜਾਓ। ਜੇ ਮਰ ਵੀ ਗਏ ਆ ਤਾਂ ਵੀ ਕੋਈ ਨਹੀਂ, ਅਸੀਂ ਆਪਣੀ ਪ੍ਰਭੂ ਦੀ ਹਜ਼ੂਰੀ ਚ ਰਹਿਣਾ। ਸੋ ਉਹ ਆਏ ਆ, ਉਹਨਾਂ ਨੇ ਸਾਰੀ ਚੀਜ਼ ਅਸੀਂ ਪੜ੍ਹੀ ਹੈ। ਉਹ ਆਏ ਆ, ਉਹਨਾਂ ਨੇ ਚੇਤਾਵਨੀਆਂ ਦਿੱਤੀਆਂ, ਸਭ ਕੁਝ ਕਿਹਾ ਕਿ ਤੂੰ ਇਹ ਸਮਝਦਾ ਕਿ ਤੁਹਾਡਾ ਪਰਮੇਸ਼ਰ ਤੁਹਾਨੂੰ ਬਚਾ ਲਿਆ, ਕਿ ਉਹਨਾਂ ਦੇ ਦੇਵਤਿਆਂ ਨੇ ਉਹਨਾਂ ਨੂੰ ਬਚਾ ਲਿਆ। ਤੁਹਾਡਾ ਤਾਂ ਪ੍ਰਭੂ ਸਾਡੇ ਨਾਲ। ਤੂੰ ਤਾਂ ਸਾਡੇ ਇੱਕ ਛੋਟੇ ਤੋਂ ਛੋਟੇ
ਸੈਨਾਪਤੀ ਦਾ ਵੀ ਮੁਕਾਬਲਾ ਨਹੀਂ ਕਰ ਸਕਦਾ। ਸਾਡੇ ਘੋੜੇ ਇਦਾਂ ਦੇ ਆ ਕਿ ਤੇਰੇ ਘੁੜਸਵਾਰ ਉਹਨਾਂ ਦੇ ਉੱਤੇ ਉਹਨਾਂ ਤੇ ਸਵਾਰੀ ਵੀ ਨਹੀਂ ਕਰ ਸਕਦੇ। किस चीज का तू मान करदा पिया? तू नहीं बचेगा, तुसी अपनी गंदगी खाओगे। पर जे तुसी सरेंडर कर दिओ ते असीं तुहानूं एक सोहणे देश दे विच लिजा के बसावांगे, यानी कि प्रभु दी दित्ती हुई धरती ते ना तुहानूं रहण देना। तुहाडे 1000 500 ਦੇ ਜਿਹੜੇ ਗਰੁੱਪ ਆ ਉਹਨਾਂ ਨੂੰ ਥਾਂ ਥਾਂ ਤੇ ਜਾ ਕੇ ਅਸੀਂ ਟਿਕਾ ਦਿਆਂ। ਦਰਿਆ ਦੇ ਕੰਢੇ ਦੈਟਸ ਦ ਬੈਸਟ ਲੈਂਡ। ਉਹਨਾਂ ਨੂੰ ਜਾ ਕੇ ਦਰਿਆ ਦੇ ਕੰਢੇ ਵਸਾਇਆ ਉਹਨਾਂ ਨੇ, ਬੈਸਟ ਲੈਂਡ। ਖੇਤੀਬਾੜੀ ਦੇ ਲਈ ਪਾਣੀ ਆ ਉੱਥੇ, ਜਾਨਵਰਾਂ ਦੇ ਪੀਣ ਦੇ ਲਈ ਪਾਣੀ ਆ। ਉਹਨਾਂ ਦੇ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਫੌਜ ਦੇ ਵਿੱਚ। ठीक, और ਅਸੀਂ ਦੇਖਦੇ ਪਏ ਹਾਂ ਕਿ ਹੁਣ ਉਹਨਾਂ ਦੀ ਜਿਹੜੀ ਅੱਖ ਆ ਉਹ ਇਹਨਾਂ ਦੇ ਉੱਤੇ ਲੱਗੀ ਆ। ਇਹ ਜਿਹੜਾ ਥੋੜਾ ਜਿਹਾ ਏਰੀਆ ਰਹਿ ਗਿਆ ਇਸ ਦੇ ਉੱਤੇ ਹੁਣ ਉਹ ਆਏ, ਚੜਾਈ ਕਰਨ ਆਏ। ਲੇਕਿਨ ਉਹ ਬੋਲ ਕੇ ਚਲੇ ਗਏ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। और ਜਿਹੜੇ ਕੱਪੜੇ ਪਾੜਨੇ ਆ ਨਾ ਉਹ ਇਹ ਹੈਗਾ ਕਿ ਮਾਰੇ ਗਏ, ਕੁਛ ਨਹੀਂ ਬਚਣਾ, ਮੰਨ ਜਾ। ਲੇਕਿਨ ਇੱਥੇ ਹੁਣ ਯਸਾਇਆ ਨਬੀ ਹੁੰਦਾ, ਇੱਥੇ ਯਸਾਇਆ ਨਬੀ ਜਿਸ ਬਚਾਉਣ ਵਾਲੀ ਦੀ ਗੱਲ ਯਸਾਇਆ ਨਬੀ ਕਰਦਾ ਹੈ ਨਾ ਆਪਣੇ ਉਹਦੀ ਪੁਸਤਕ ਦੇ ਵਿੱਚ ਅਸੀਂ ਪੜ੍ਹਦੇ ਹਾਂ, ਉਹ ਬਚਾਉਣ ਵਾਲੇ ਦੀ ਤਾਕਤ ਹੁਣ ਦੇਖਿਓ ਤੁਸੀਂ। ਸੋ ਯਸਾਇਆ ਨਬੀ ਉਸ ਦੇ ਕੋਲ ਆਇਆ। ਸੋ ਆਓ ਪਹਿਲੀਆਂ 13 ਆਇਤਾਂ ਪੜ੍ਹੀ। ਪਹਿਲੀਆਂ 7 ਆਇਤਾਂ, ਸੌਰੀ 19ਵਾਂ ਪਾ ਨਹੀਂ ਪੜ੍ਹ। ਰਾਜਾ ਹਿਜਕੀਆ ਰਾਜ ਯਸਾਇਆ ਨਬੀ ਤੋਂ ਸਲਾਹ ਲੈਣਾ। ਜਦੋਂ ਰਾਜਾ ਹਿਜਕੀਆ ਨੇ ਆਪਣੇ ਅਧਿਕਾਰੀਆਂ ਦੀਆਂ ਸਭ ਗੱਲਾਂ ਸੁਣੀਆਂ ਜੋ ਉਹਨਾਂ ਨੂੰ ਸ਼ੂਰੀ ਅਧਿਕਾਰੀਆਂ ਨੂੰ ਕਹੀਆਂ ਸਨ, ਤਾਂ ਉਸਨੇ ਤੁਰੰਤ ਆਪਣੇ ਕੱਪੜੇ ਪਾੜ ਕੇ ਟਾਟ ਆਪਣੇ ਉੱਤੇ ਵਲੇਟ ਲਿਆ ਅਤੇ ਉਹ ਪ੍ਰਭੂ ਦੇ ਮੰਦਿਰ ਵਿੱਚ ਚਲਾ ਗਿਆ। ਤਦ ਉਸਨੇ ਆਪਣੇ ਮਹਿਲ ਦੇ ਪ੍ਰਬੰਧਕ ਅਲਾਯਕੀਮ, ਦਰਬਾਰੀ ਮੰਤਰੀ ਸ਼ਬਨਾ ਦੇ ਅਤੇ ਬੁੱਢੇ ਪੁਰੋਹਿਤ ਨੂੰ ਅਮੋਸ ਦੇ ਪੁੱਤਰ ਯਸਾਇਆ ਨਬੀ ਕੋਲ ਘੱਲਿਆ। ਉਹਨਾਂ ਸਭ ਨੇ ਵੀ ਆਪਣੇ ਤੇ ਟਾਟ ਵਲੇਟਿਆ ਹੋਇਆ ਸੀ। ਰਾਜਾ ਨੇ ਉਹਨਾਂ ਦੇ ਦੁਆਰਾ ਯਸਾਇਆ ਨਬੀ ਕੋਲ ਇਹ ਸੰਦੇਸ਼ ਘੱਲਿਆ, ਅੱਜ ਦਾ ਦਿਨ ਦੁੱਖ ਭਰਿਆ ਦਿਨ ਹੈ। ਸਾਨੂੰ ਸਾਡੇ ਕੀਤੇ ਦੀ ਸਜ਼ਾ ਮਿਲ ਰਹੀ ਹੈ ਤੇ ਸਾਡਾ ਅਪਮਾਨ ਹੋ ਰਿਹਾ ਹੈ। ਸਾਡਾ ਉਸ ਔਰਤ ਦੇ ਵਾਂਗ ਹਾਲ ਹੈ ਜੋ ਬੱਚੇ ਨੂੰ ਜਨਮ ਤਾਂ ਦੇ ਰਹੀ ਹੈ ਪਰ ਉਹ ਬਹੁਤ ਕਮਜ਼ੋਰ ਹੈ। ਸ਼ੂਰੀ ਰਾਜਾ ਨੇ ਆਪਣੇ ਵੱਡੇ ਅਧਿਕਾਰੀ ਰਬਸ਼ਾਕੇ ਦੇ ਦੁਆਰਾ ਜਿਉਂਦੇ ਪ੍ਰਭੂ ਦਾ ਅਪਮਾਨ ਕੀਤਾ ਹੈ। ਕਾਸ਼ ਪ੍ਰਭੂ ਤੇਰਾ ਪਰਮੇਸ਼ਰ ਉਸ ਦੇ ਆਪਣੇ ਵਿਰੁੱਧ ਕਹੇ ਬੋਲਾਂ ਨੂੰ ਸੁਣੇ ਤੇ ਉਹਨਾਂ ਨੂੰ ਸਜ਼ਾ ਦੇਵੇ। ਇਸ ਲਈ ਤੂੰ ਬਾਕੀ ਰਹਿ ਗਏ ਲੋਕਾਂ ਲਈ ਪ੍ਰਾਰਥਨਾ ਕਰ। ਇਸ ਲਈ ਤੂੰ ਬਾਕੀ ਰਹਿ ਗਏ ਲੋਕਾਂ ਲਈ ਪ੍ਰਾਰਥਨਾ ਕਰ। ਸੋ ਜਦੋਂ ਯਸਾਇਆ ਨਬੀ ਨੇ ਰਾਜਾ ਹਿਜਕੀਆ ਦਾ ਸੰਦੇਸ਼ ਸੁਣਿਆ ਤਾਂ ਉਸ ਨੇ ਰਾਜਾ ਕੋਲ ਇਹ ਉੱਤਰ ਘੱਲਿਆ, ਪ੍ਰਭੂ ਦਾ ਤੇਰੇ ਲਈ ਇਹ ਵਚਨ ਹੈ ਕਿ ਤੂੰ ਅਸ਼ੂਰੀਆਂ ਦੇ ਮੇਰੇ ਵਿਰੁੱਧ ਕੀਤੇ ਕੁਫਰ ਤੋਂ ਨਾ ਡਰ। ਮੈਂ ਅਸ਼ੂਰੀ ਰਾਜਾ ਦੇ ਮਨ ਵਿੱਚ ਭੈ ਪੈਦਾ ਕਰ ਦੇਵਾਂਗਾ। ਉਹ ਇੱਕ ਅਫਵਾਹ ਸੁਣੇਗਾ ਅਤੇ ਆਪਣੇ ਦੇਸ਼ ਨੂੰ ਵਾਪਸ ਮੁੜ ਜਾਵੇਗਾ। ਫਿਰ ਮੈਂ ਉਸਨੂੰ ਉਸ ਦੇ ਦੇਸ਼ ਵਿੱਚ ਹੀ ਤਲਵਾਰ ਨਾਲ ਮਾਰਾਂਗਾ। ਸੋ ਸਾਰੀ ਸਫਾਈ ਕੀਤੀ ਆ। ਅਸੂਰ ਦੇ ਰਾਜਾ ਨੇ ਜੋ ਸੋਨਾ ਚਾਂਦੀ ਮੰਗਿਆ ਸੀ ਉਹ ਘੱਲਿਆ, ਲੇਕਿਨ ਉਸ ਦਾ ਪਾਪ ਇਹ ਸੀ ਕਿ ਸੋਨਾ ਚਾਂਦੀ ਲੈ ਕੇ ਵੀ ਵਾਪਸ ਨਹੀਂ ਗਿਆ, ਲੈ ਕੇ ਵਾਪਸ नहीं गया, वो ले लिया सारा कुछ। लेकिन हुण जिस वेले उसने यसाया नबी दे कोल संदेश घल्लिया ते यसाया नबी ने उसनूं कहा कि तू डर,
तू डरना, प्रभु तेरी मां, उसने तेरी दुआ सुन ली। और प्रभु कहना कि मैं कैसा काम करूंगा कि जो इसने मेरे खिलाफ बोलिया, यानी कहने का कि मतलब कि उसने प्रभु का अपमान किया और ये कह रहा कि मैं असी इन्ने कमजोर हाँ कि असी उसनूं इसदी सजा नहीं दे सकते। सो उसने कहा जे उन्हें प्रभु का अपमान किया तो तैनू की, वो जिउंदा, यानी कहने का मतलब कि वो जिउंदा, उसनूं आउंदा, उसनूं आउंदा। प्रभु सिर्फ एक चीज है कि ही इज लॉन्ग सफरिंग, वो बहुत देर बहुत कुछ सह लेंदा, पर जिसलिए वो पींदा फिर बड़ा बरीक पींदा, सह वो बहुत कुछ लेंदा। कहना तेनू इस चीज की परवाह करने की जरूरत नहीं, ये काम प्रभु आपे करेगा। हुण उन्होंने दूसरी बारी स्नेहा घलिया। सो आओ हुण अस देखना कि इहदे विच ओह 4 कदम होर अगे चले गए। सो 8 आयत तो लैके असी देखांगे 19 आयत तक। ਅਸ਼ੂਰੀ ਲੋਕਾਂ ਦਾ ਦੂਜੀ ਵਾਰ ਚੇਤਾਵਨੀ ਦੇਣਾ। ਤਦ ਅਸ਼ੂਰੀ ਅਧਿਕਾਰੀ ਨੂੰ ਪਤਾ ਲੱਗਾ ਕਿ ਅਸ਼ੂਰ ਦਾ ਰਾਜਾ ਲਕੀਸ਼ ਤੋਂ ਚਲਾ ਗਿਆ ਅਤੇ ਉਹ ਲਿਬਨਾ ਨਾਲ ਲੜ ਰਿਹਾ ਹੈ। ਸੋ ਉਹ ਰਾਜਾ ਤੋਂ ਸਲਾਹ ਲੈਣ ਲਈ ਉੱਥੇ ਗਿਆ। ਫਿਰ ਜਦੋਂ ਅਸ਼ੂਰੀ ਰਾਜਾ ਨੇ ਸੁਣਿਆ ਕਿ ਕੂਸ਼ ਦਾ ਰਾਜਾ ਤਿਰਹਾਕਾ ਆਪਣੀ ਸੈਨਾ ਨਾਲ ਉਸਦੇ ਵਿਰੁੱਧ ਲੜਨ ਆ ਰਿਹਾ ਹੈ, ਤਾਂ ਉਸਨੇ ਯਹੂਦਾ ਦੇ ਰਾਜਾ ਕੋਲ ਇਹ ਸੰਦੇਸ਼ ਘੱਲਿਆ, ਤੂੰ ਆਪਣੇ ਪਰਮੇਸ਼ਰ ਉੱਤੇ ਝੂਠਾ ਭਰੋਸਾ ਕੀਤੀ ਬੈਠਾ ਹੈ। ਤੂੰ ਪੱਕੀ ਤਰ੍ਹਾਂ ਜਾਣ ਲੈ ਕਿ ਉਹ ਤੈਨੂੰ ਮੇਰੇ ਹੱਥੋਂ ਬਚਾ ਨਹੀਂ ਸਕਦਾ ਹੈ। ਉਹ ਯਰੂਸ਼ਲਮ ਨੂੰ ਮੇਰੇ ਕਬਜ਼ੇ ਵਿੱਚ ਹੋਣ ਤੋਂ ਨਹੀਂ ਬਚਾ ਸਕੇਗਾ। ਤੂੰ ਅਸ਼ੂਰੀ ਰਾਜਿਆਂ ਬਾਰੇ ਸੁਣ ਚੁੱਕਾ ਹੈ ਕਿ ਉਹਨਾਂ ਨੇ ਜਿਸ ਕੌਮ ਨੂੰ ਵੀ ਚਾਹਿਆ ਤਬਾਹ ਕਰ ਦਿੱਤਾ। ਫਿਰ ਤੂੰ ਕੀ ਮੇਰੇ ਹੱਥੋਂ ਬਚ ਜਾਵੇਂਗਾ? ਮੇਰੇ ਪੁਰਖਿਆਂ ਨੇ ਇਹਨਾਂ ਸ਼ਹਿਰਾਂ ਨੂੰ ਅਰਥਾਤ ਗੋਜਾਨ, ਹਰਾਨ, ਰਸਪ ਅਤੇ ਤਲਾਸਾਰ ਨਗਰ ਵਿੱਚ ਰਹਿਣ ਵਾਲੇ ਬੈਤ ਅਦਨ ਕੌਮ ਦੇ ਲੋਕਾਂ ਨੂੰ ਤਬਾਹ ਕਰ ਦਿੱਤਾ। ਇਹਨਾਂ ਵਿੱਚੋਂ ਕਿਸੇ ਦਾ ਦੇਵਤਾ ਵੀ ਉਹਨਾਂ ਨੂੰ ਬਚਾ ਨਾ ਸਕਿਆ। ਕੀ ਤੂੰ ਦੱਸ ਸਕਦਾ ਹੈ ਹਮਾਤ, ਅਰਪਾਦ, ਸਫਰਵੇਮ, ਹੇਨਾ ਅਤੇ ਇਵਾਹ ਦੇ ਰਾਜੇ ਕਿੱਥੇ ਹਨ? ਰਾਜਾ ਹਿਜ਼ਕੀਆ ਨੇ ਸੰਦੇਸ਼ ਵਾਹਕਾਂ ਤੋਂ ਅਸ਼ੂਰ ਦੇ ਰਾਜਾ ਦਾ ਉਹ ਪੱਤਰ ਲਿਆ ਅਤੇ ਪੜ੍ਹਿਆ। ਫਿਰ ਉਸਨੇ ਉਹ ਪੱਤਰ ਮੰਦਰ ਵਿੱਚ ਲੈ ਜਾ ਕੇ ਪ੍ਰਭੂ ਦੇ ਸਾਹਮਣੇ ਰੱਖ ਦਿੱਤਾ। ਤਦ ਉਸਨੇ ਪ੍ਰਾਰਥਨਾ ਕੀਤੀ, ਹੇ ਪ੍ਰਭੂ ਇਜ਼ਰਾਈਲ ਦੇ ਪਰਮੇਸ਼ਰ, ਤੂੰ ਕਰੂਬੀਆਂ ਉੱਤੇ ਬਿਰਾਜਮਾਨ ਹੈ। ਤੂੰ ਹੀ ਕੇਵਲ ਧਰਤੀ ਦੇ ਸਭ ਰਾਜਾਂ ਉੱਤੇ ਰਾਜ ਕਰਦਾ ਹੈ। ਤੂੰ ਧਰਤੀ ਅਤੇ ਆਕਾਸ਼ ਰਚੇ ਹਨ। ਪ੍ਰਭੂ ਤੂੰ ਆਪ ਧਿਆਨ ਦੇ ਅਤੇ ਸੁਣ। ਤੇ ਸਨਹਰੀਬ ਕਿਸ ਤਰ੍ਹਾਂ ਦੇ ਵਚਨ ਜਿਉਂਦੇ ਪਰਮੇਸ਼ਰ ਦੇ ਵਿਰੁੱਧ ਕਹਿ ਰਿਹਾ ਹੈ। ਉਸਨੇ ਤੇਰਾ ਅਪਮਾਨ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਸ਼ੂਰੀ ਰਾਜਿਆਂ ਨੇ ਬਹੁਤ ਸਾਰੀਆਂ ਕੌਮਾਂ ਨੂੰ ਤਬਾਹ ਕਰਕੇ ਉਹਨਾਂ ਦੀ ਧਰਤੀ ਵੀਰਾਨ ਕਰ ਦਿੱਤੀ ਹੈ। ਉਸਨੇ ਉਹਨਾਂ ਕੌਮਾਂ ਦੇ ਦੇਵਤਿਆਂ ਨੂੰ ਅੱਗ ਨਾਲ ਭਸਮ ਕਰ ਦਿੱਤਾ ਹੈ। ਪਰ ਉਹ ਦੇਵਤੇ ਅਸਲ ਦੇਵਤੇ ਨਹੀਂ ਸਨ, ਕੇਵਲ ਮਨੁੱਖੀ ਹੱਥਾਂ ਦੁਆਰਾ ਬਣਾਏ ਗਏ ਲੱਕੜੀ ਅਤੇ ਪੱਥਰ ਦੇ ਬੁੱਤ ਸਨ। ਸੋ ਹੇ ਪ੍ਰਭੂ ਸਾਡੇ ਪਰਮੇਸ਼ਰ, ਤੂੰ ਸਾਡਾ ਬਚਾਅ ਅਸ਼ੂਰੀਆਂ ਤੋਂ ਕਰ, ਤਾਂ ਜੋ ਸੰਸਾਰ ਦੀਆਂ ਸਭ ਕੌਮਾਂ ਦੇ ਲੋਕ ਜਾਣਨ ਕਿ ਤੂੰ ਹੀ ਕੇਵਲ ਪ੍ਰਭੂ ਪਰਮੇਸ਼ਰ ਹੈ। ਆਮੇਨ। ਸੋ ਸਾਡੇ ਕੋਲ ਹੈਜ਼ਕਾਇਆ ਦੀਆਂ ਦੁਆਵਾਂ ਵੀ ਪਈਆਂ, ਸਾਡੇ ਕੋਲ ਹੈਜ਼ਕਾਇਆ ਦੀ ਦੁਆ ਵੀ ਪਈ, ਉਹਦੀ ਸ਼ੁਕਰਗੁਜ਼ਾਰੀ ਵੀ ਹੈਗੀ ਹੈ। ਸੋ ਹੁਣ ਉਸਨੇ ਉਹ ਪੱਤਰ ਘੱਲਿਆ। ਔਰ ਦੇਖੋ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਭਾਰੇ ਮੌਕੇ ਆਉਂਦੇ, ਸਮਝ ਨਹੀਂ ਲੱਗਦੀ ਕੀ ਕਰੀਏ, ਹਰ ਪਾਸਿਓਂ ਘਿਰੇ ਹੁੰਦੇ। ਉਹ ਸਮਾਂ ਹੁੰਦਾ ਕਿ ਅਸੀਂ ਜੇ ਪ੍ਰਭੂ ਦੇ ਅੱਗੇ ਉਹ ਚੀਜ਼ ਰੱਖ ਦਿੰਨੇ ਜਾ ਕੇ, ਪ੍ਰਭੂ ਐਸੀ ਬੁੱਧ ਦਿੰਦਾ ਔਰ ਐਸੀ ਮਦਦ ਕਰਦਾ ਕਿ ਕੋਈ ਨਹੀਂ ਉਹ ਕਰ ਸਕਦਾ। ਸਾਡਾ ਪ੍ਰਭੂ ਜਿਉਂਦਾ। ਉਸਨੇ ਕਿਹਾ ਹਾਂ ਉਹਨਾਂ ਦੇ ਦੇਵਤੇ, ਉਹਨਾਂ ਨੇ ਧਰਤੀਆਂ ਵੀਰਾਨ ਕਰ ਦਿੱਤੀਆਂ ਔਰ ਉਹ ਜਿਹੜੇ ਦੇਵਤੇ ਸੀਗੇ ਉਹਨਾਂ ਨੂੰ ਅੱਗ ਦੇ ਨਾਲ ਸਾੜ ਦਿੱਤਾ, ਪਰ ਉਹ ਤਾਂ ਲੱਕੜ ਕਾਠ ਦੇ ਬਣੇ ਸੀ, ਉਹ ਤਾਂ ਲੱਕੜ ਕਾਠ ਦੇ ਬਣੇ ਸੀ।
पर प्रभु तू तो जिंदा प्रभु, तू तो आत्मा है, परम आत्मा। हुण तू देख, कहने कि मतलब कि मैं अपने आप में तेरे हाथों में छड़ दिता, हुण तू देख आ पत्थर तू ही देख के कर, तू ही देख। ये जिंदगी का सब तो बड़ा लेसन। ये प्रभु गिर चुकते हैं, तू देख तू की करेगा, and he will do amazing things, amazing things। ਸਾਰੇ ਇਲਾਕੇ ਦੇ ਵਿੱਚ, ਸਾਰੇ ਇਲਾਕੇ ਦੇ ਵਿੱਚ ਉਸਨੇ ਸਾਰੀ ਆਲੇ ਦੁਆਲੇ ਦੀ ਧਰਤੀ ਜਿੱਤ ਲਈ ਹੋਆ। ਔਰ ਜਿਹੜਾ ਇਸ ਵੇਲੇ ਆ ਦੇਖੋ, ਆਸ ਤਾਂ ਸਾਰੀ ਧਰਤੀ ਤੇ ਉਹਨਾਂ ਦਾ ਰਾਜ ਆ। ਇੰਨੀ ਪਹਿਲਾਂ ਉਹਨਾਂ ਦੇ ਆੜਾ ਗੂੜਾ ਹਰਾਇਆ, ਇਹ ਉਹਨਾਂ ਦੇ ਬਜ਼ੁਰਗੇ ਨੇ ਜਿੱਤੀ ਸੀਗੀ। ਔਰ ਇਸ ਵੇਲੇ ਆ ਸਾਰੀ ਧਰਤੀ ਦੇ ਉੱਤੇ ਉਹਨਾਂ ਦਾ ਰਾਜ ਆ। ਇਜਿਪਟ ਤੱਕ ਉਹ ਪਹੁੰਚ ਚੁੱਕੇ ਹੋ। ਸਿਰਫ ਗੱਬੇ ਪੀੜਾ ਜਿਹਾ ਯਹੂਦਾ ਬਚਿਆ ਆ। ਦੇਖੋ ਕਿੰਨੀ ਭਾਰੀ ਫੌਜ ਸੀਗੀ ਇਜਿਪਟ ਦੀ। ਇਜਿਪਟ ਦੀ ਫੌਜ ਬਹੁਤ ਭਾਰੀ ਸੀਗੀ, ਕਿਉਂਕਿ ਇਧਰੋਂ ਲੀਬੀਆ ਤੋਂ ਇਧਰਲੇ ਪਾਸਿਓਂ ਸਾਰਿਆਂ ਇਹ ਜਿੱਦਾਂ ਕਿ ਫੌਜੀ ਆਉਂਦੇ ਸੀਗੇ, ਜਿਹੜੇ ਇਹਨਾਂ ਦੇ ਨਾਲ ਅਫਰੀਕਾ ਤੋਂ ਬਹੁਤ ਆ ਕੇ ਇਹਨਾਂ ਦੀ ਫੌਜ ਦੇ ਵਿੱਚ ਭਰਤੀ ਹੁੰਦੇ ਸੀਗੇ। ਦੇਖ ਪ੍ਰਭੂ ਨੇ ਸਿਰਫ ਇੰਨਿਆਂ ਨੂੰ ਬਚਾ ਕੇ ਰੱਖਿਆ ਕਿਉਂਕਿ ਪ੍ਰਭੂ ਤੇ ਭਰੋਸਾ ਕੀਤਾ ਹੈ। ਇਹ ਹੈ ਸਾਡਾ ਪ੍ਰਭੂ। ਇੰਨੀਆਂ ਐਡੀ ਵੱਡੀ ਮੁਸੀਬਤ ਚ ਘਿਰਿਓ ਆ, ਲੇਕਿਨ ਪ੍ਰਭੂ ਨੇ ਇਹਨਾਂ ਨੂੰ ਬਚਾ ਕੇ ਰੱਖਿਆ। ਕਿਉਂ? ਕਿਉਂਕਿ ਉਸਨੇ ਸਾਰਾ ਕੁਝ ਢਾ ਦਿੱਤਾ। ਉਸਨੇ ਪ੍ਰਭੂ ਦੇ ਆਪਣੇ ਲੋਕਾਂ ਦਾ ਧਿਆਨ ਲੈ ਕੇ ਆ ਗਿਆ। ਉਹ ਲੀਡਰ, ਉਹ ਸਾਰੀ ਕੌਮ ਦਾ ਲੀਡਰ, he became a leader। ਉਸਨੇ ਉਹ ਜਿਹੜੇ ਕੋਈ ਕਾਰਨ ਹੋਏਗਾ ਜਿਹੜੇ ਬੁੱਤ ਨੇ, ਉਹ ਬੁੱਤ ਨਹੀਂ ਢਾਉਂਦੇ ਸੀਗੇ, ਡਰਦੇ ਹੋਣਗੇ ਰਾਜੇ। ਦਰਖਤਾਂ ਦੀ ਪੂਜਾ ਹੁੰਦੀ ਪਈ, ਸਾਰਾ ਕੁਝ ਨਹੀਂ ਬੰਦ ਕਰਾਉਂਦੇ ਸੀ, ਲੇਕਿਨ ਉਹਨੇ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਰੱਖਿਆ। ਅਸੀਂ ਦੇਖ ਸਕਦੇ ਹਾਂ ਕਿ ਆਲੇ ਦੁਆਲੇ ਦਾ ਸਾਰਾ ਇਲਾਕਾ ਉਹਨਾਂ ਨੇ ਜਿੱਤ ਲਿਆ ਹੈ, ਪਰ ਯਹੂਦਾ ਵਿੱਚ ਕਾਇਮ, ਯਹੂਦਾ ਵਿੱਚ ਕਾਇਮ। ਇਹ ਪ੍ਰਭੂ ਸਾਡਾ। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੀ ਦਇਆ ਦੇ ਲਈ, ਤੇਰੇ ਰਹਿਮ ਦੇ ਲਈ, ਤੇਰੇ ਬਚਾਓ ਵਾਲੇ ਹੱਥ ਦੇ ਲਈ। ਹੇ ਇਸਰਾਇਲ, ਤੂੰ ਮੇਰੀ ਅੱਖ ਦਾ ਡੇਲਾ, ਜਿਹੜਾ ਤੈਨੂੰ ਛੂੰਦਾ ਉਹ ਮੈਨੂੰ ਛੂੰਦਾ। ਜਦ ਪ੍ਰਭੂ ਜੀ ਤੈਨੂੰ ਕੋਈ ਛੂੰਦਾ, ਤੇਰੀ ਅੱਖ ਨੂੰ ਕੋਈ ਛੂੰਦਾ, ਉਹ ਕਿਸ ਤਰ੍ਹਾਂ ਬਚ ਸਕੇਗਾ? ਔਰ ਧੰਨ ਹੈ ਉਹ ਇਨਸਾਨ ਜਿਹੜਾ ਆਪਣੀਆਂ ਮੁਸੀਬਤਾਂ ਲੈ ਕੇ ਤੇਰੇ ਕੋਲ ਆਉਂਦਾ। ਧੰਨ ਹੈ ਉਹ ਇਨਸਾਨ ਜਿਹੜਾ ਆਪਣੇ ਪਾਪ ਲੈ ਕੇ ਤੇਰੇ ਕੋਲ ਆਉਂਦਾ, ਕਿਉਂਕਿ ਤੂੰ ਮਾਫ ਕਰਦਾ, ਜ਼ਿੰਦਗੀ ਨੂੰ ਸਾਫ਼ ਕਰਦਾ, ਔਰ ਫਿਰ ਪ੍ਰਭੂ ਜੀ ਤੂੰ ਆਪਣੀ ਤਾਕਤ ਦਿਖਾਉਂਦਾ। ਮੇਰੇ ਭੈਣਾਂ ਭਰਾਵਾਂ ਨਾਲ ਬਣਿਆ ਰਹੀ ਖੁਦਾਵੰਦ। ਬਹੁਤ ਸਾਰੇ ਆਪਣੇ ਪੰਜਾਬੀ ਲੋਕਾਂ ਦੇ ਵਿੱਚ ਖੁਦਾਵੰਦ, ਅਸੀਂ ਵੀ ਇਸੇ ਤਰ੍ਹਾਂ ਹਾਂ। ਅਸੀਂ ਉਹਨਾਂ ਲੋਕਾਂ ਦੇ ਘਿਰੇ ਹਾਂ, ਯਹੂਦਾ ਦੀ ਤਰ੍ਹਾਂ, ਜੋ ਅਸੀਰੀਆਂ ਦੇ ਵਿੱਚ ਘਿਰਿਆ ਸੀ, ਅਸ਼ੂਰ ਦੇ ਰਾਜ ਦੇ ਵਿੱਚ ਘਿਰਿਆ ਸੀ। ਤੇ ਤੇਰਾ ਬਚਾ ਉਹਨਾਂ ਦੇ ਨਾਲ ਬਣਿਆ ਰਹੇ। ਇਸੇ ਤਰ੍ਹਾਂ ਤੂੰ ਆਪਣੇ ਲੋਕਾਂ ਦੇ ਨਾਲ ਬਣੀ, ਮੇਰੇ ਭੈਣਾਂ ਭਰਾਵਾਂ ਨਾਲ ਬਣੀ। ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੇ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੇ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਔਰ ਸਾਰੇ ਭੈਣ ਭਰਾ ਕੇ bless you। ਖੁਦਾਵੰਦ ਤੁਹਾਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ। ਕੱਲ ਨੂੰ ਮਿਲਾਂਗੇ ਸੇਮ ਟਾਈਮ, ਔਰ ਕੱਲ ਨੂੰ ਆਪਾਂ ਇੱਕ ਵੱਡਾ ਮਿਰਾਕਲ ਦੇਖਾਂਗੇ ਜਿਹੜਾ ਪ੍ਰਭੂ ਨੇ ਕੀਤਾ।